ਪੰਜਾਬੀ ਸਾਂਝ ਟੀਵੀ ਚੈਨਲ ਮੈਂ ਹਾਂ ਜਗਜੀਤ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਕਰਨੀ ਆ। ਨਵੇਂ ਸਾਡੇ ਘਰ ਵਿੱਚ ਅੰਤਾਂ ਦੀ ਜਿਹੜੀ ਦੰਗਿਆਂ ਦੇ ਵਿੱਚ ਦਾ ਸ਼ਿਕਾਰ ਹੋ ਗਿਆ ਮੇਰੇ ਬਾਪ ਨੂੰ ਸੰਘਰਸ਼ ਕਰਦਿਆਂ ਦੇਖਿਆ 5 ਮੀਲ ਜਿਹੜਾ ਮੈਂ ਪੈਦਲ ਚੱਲ ਆਏ ਵੀ ਹੁਣ ਪਾਕਿਸਤਾਨ ਦੇ ਨਾਲ ਤੁਹਾਡਾ ਨਸਲੀ ਦੰਗਿਆਂ ਦਾ ਸ਼ਿਕਾਰ ਹੋਇਆ ਦੇ ਨਾਮ ਨਾਲ ਔਰ ਉੱਥੋਂ ਦੇ ਲੋਕਾਂ ਨਾਲ ਮੈਂ ਅੰਤਾਂ ਦਾ ਸ਼ਾਇਰ ਸਾਂ। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਬੋਲੇਗਾ ਐ ਹਾਕਮ ਤੇਰੇ ਜ਼ੁਲਮਾਂ ਦੇ ਮਜਬੂਰ ਹੋ ਕੇ ਜ਼ੁਲਮ ਤੇਰਾ ਜਰ ਗਿਆ। ਇੱਕ ਦਾ ਅਵਾਰਡ ਤੁਹਾਨੂੰ ਮਿਲਦਾ ਗਿਆ। ਆਪਣਾ ਸਿੱਖਿਆ ਦੇ ਖੇਤਰ ਵਿੱਚ ਸਰਵੋਤਮ ਅਧਿਆਪਕਾ ਵਜੋਂ ਨੈਸ਼ਨਲ ਅਵਾਰਡ ਮਿਲਿਆ। ਤੁਸੀਂ ਦੇਖ ਰਹੇ ਹੋ ਪੰਜਾਬੀ ਸਾਂਝ ਟੀਵੀ ਚੈਨਲ ਮੈਂ ਹਾਂ ਜਗਜੀਤ ਬਰੂ ਸਿੰਘ ਸੱਗੂ। ਸਾਥੀਓ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਅਸੀਂ ਕਿਸੇ ਨਾ ਕਿਸੇ ਮੈਰੀ ਇਨਸਾਨ ਦੇ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ। ਅੱਜ ਅਸੀਂ ਗਜ਼ਲਾਂ ਦੇ ਮਸ਼ਹੂਰ ਜਿਹੜੇ ਕਿ ਸਾਹਿਤ ਦੀ ਕਲਾ ਦੇ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਉੱਚਾ ਚੱਕ ਰਹੇ ਨੇ, ਯੋਗਦਾਨ ਪਾ ਰਹੇ ਨੇ। ਸੋ ਅੱਜ ਮੈਂ ਮੁਲਾਕਾਤ ਤੁਹਾਡੀ ਕਰਾਵਾਂਗਾ ਮੈਂ ਡਾਕਟਰ ਗੁਰਚਰਨ ਕੌਰ ਕੋਚਰ ਜੀ ਨਾਲ, ਜਿਨ੍ਹਾਂ ਨੇ ਕਿ ਪੰਜਾਬੀ ਸਾਹਿਤ ਦੇ ਵਿੱਚ ਆਪਣਾ ਬੜਾ ਨਾਮ ਕਮਾਇਆ ਹੈ ਅਤੇ ਬਹੁਤ ਹੀ ਪੁਸਤਕਾਂ ਛਾਪ ਕੇ ਅਤੇ ਛਪਵਾ ਕੇ ਅਤੇ ਆਪਣੇ ਜਿਹੜਿਆਂ ਦਰਸ਼ਕਾਂ ਨੇ ਸਰੋਤਿਆਂ ਨੇ ਝੋਲੀ ਦੇ ਵਿੱਚ ਪਾਈਆਂ ਹਨ। ਅਤੇ ਇਹਨਾਂ ਨੇ ਗਜ਼ਲਾਂ ਨੇ ਜਿਹੜੀਆਂ ਆਮ ਕਰਕੇ ਗਜ਼ਲਾਂ ਦੇ ਵਿੱਚ ਬਹੁਤ ਮਸ਼ਹੂਰ ਹਨ। ਸੋ ਸਵਾਗਤ ਹੈ ਜੀ ਮੈਡਮ ਗੁਰਚਰਨ ਕੌਰ ਕੋਚਰ ਜੀ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਕਰਦੀ ਹਾਂ ਤੁਹਾਡਾ ਕਿ ਜਗਜੀਤ ਬਾਰੂ ਸਿੰਘ ਸੰਗੂ ਜੀ ਕਿ ਤੁਸੀਂ ਲੁਧਿਆਣੇ 'ਚ ਸਾਡੇ ਘਰ ਆਏ। ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਬੇਟੀ ਵਿਸ਼ਵ ਜਿਹੜੀ ਹੈ ਵਿਸ਼ਵ ਜੋਤ ਮੇਰੇ ਕੋਲ ਆਈ ਹੈ ਜੋ BSc ਦੀ ਸਟੂਡੈਂਟ ਹੈ ਅਤੇ ਬਹੁਤ ਅੱਛਾ ਲੱਗਿਆ। ਤੁਸੀਂ ਤਾਂ ਖੁਦ ਇੰਨੇ ਵੱਡੇ ਨਾਟਕਕਾਰ ਹੋ, ਸਾਹਿਤ ਨਾਲ ਜੁੜੇ ਹੋਏ ਹੋ ਔਰ ਮੈਨੂੰ ਤੁਹਾਡਾ ਆਉਣਾ ਬਹੁਤ ਅੱਛਾ ਲੱਗਿਆ। ਅਤੇ ਤੁਹਾਡੇ ਸਵਾਲ ਦੇ ਜਵਾਬ ਕੋਈ ਤੁਸੀਂ ਮੈਨੂੰ ਸਵਾਲ ਪੁੱਛੋ ਉਹਦਾ ਜਵਾਬ ਦੇਵਾਂ। ਮੈਂ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਕਰਨੀ ਆ, ਨਮਸਕਾਰ ਕਰਦੀ ਹਾਂ, ਆਦਾਬ ਕਰਨੀ ਆ ਕਿ ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਪੰਜਾਬੀ ਸਾਂਝ ਚੈਨਲ ਦੇ ਜਿਹੜੇ ਮੁੱਖ ਸੰਚਾਲਕ ਨੇ ਔਰ ਪੰਜਾਬੀ ਸਾਂਝ ਅਖਬਾਰ ਦੇ ਚੀਫ ਐਡੀਟਰ ਪਵਨ ਪ੍ਰਵਾਸੀ ਜੀ, ਜਿਹੜੇ ਕਿ 7 ਸਮੁੰਦਰੋਂ ਪਾਰ ਦੂਰ ਬੈਠੇ ਨੇ ਜਰਮਨੀ 'ਚ, ਪਰ ਉਹ ਅੱਜ ਵੀ ਪੰਜਾਬੀ ਮਾਂ ਬੋਲੀ ਨਾਲ ਇੰਨਾ ਜ਼ਿਆਦਾ ਜੁੜੇ ਹੋਏ ਨੇ ਔਰ ਪੰਜਾਬੀ ਮਾਂ ਬੋਲੀ ਦੀ ਉਹ ਨਿਰੰਤਰ ਸੇਵਾ ਕਰ ਰਹੇ ਨੇ ਪ੍ਰਚਾਰ ਪ੍ਰਸਾਰ ਅਤੇ ਪ੍ਰਫੁੱਲਤਾ ਲਈ। ਸੋ ਮੈਨੂੰ ਬਹੁਤ ਅੱਛਾ ਲੱਗਿਆ ਹੈ ਕਿ ਪਵਨ ਪ੍ਰਵਾਸੀ ਜੀ ਦੁਆਰਾ ਇਹ ਜਿਹੜਾ TV ਚੈਨਲ ਚੱਲ ਰਿਹਾ ਹੈ ਔਰ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ। ਧੰਨਵਾਦ ਮੈਡਮ ਜੀ। ਸਭ ਤੋਂ ਪਹਿਲਾ ਸਵਾਲ ਹਾਂਜੀ ਮੈਨੂੰ ਇਹ ਦੱਸੋ ਵੀ ਤੁਹਾਡਾ ਬਚਪਨ ਕਿੱਥੇ ਤੇ ਕਿਵੇਂ ਬੀਤਿਆ? ਹਾਂਜੀ ਆਪਣਾ ਸੱਗੂ ਸਾਹਿਬ ਤੁਸੀਂ ਸਵਾਲ ਬਹੁਤ ਵਧੀਆ ਪੁੱਛਿਆ ਹੈ ਕਿ ਬਚਪਨ ਜਿਹੜਾ ਹੈ ਮੇਰਾ ਜਨਮ ਹੀ ਲੁਧਿਆਣੇ ਦਾ ਹੈ ਔਰ ਲੁਧਿਆਣੇ ਦੇ ਵਿੱਚ ਜਦੋਂ ਮੇਰੀ ਮਤਲਬ ਜਨਮ ਹੋਇਆ ਤਾਂ ਬਚਪਨ ਜਿਹੜਾ ਮੇਰਾ ਬਹੁਤ ਹੀ ਗੁਰਬਤ ਵਿੱਚ ਬੀਤਿਆ ਕਿਉਂਕਿ ਉਸ ਵੇਲੇ ਸਾਡੇ ਘਰ ਵਿੱਚ ਅੰਤਾਂ ਦੀ ਗਰੀਬੀ ਸੀ। ਅਤੇ ਕਾਰਨ ਮੈਂ ਦੱਸਣਾ ਚਾਹਾਂਗੀ ਕਿ ਮੇਰੇ ਜਨਮ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਜਿਹੜੇ ਸੀ ਉਹ ਦੇਸ਼ ਦੀ ਵੰਡ ਉਦੋਂ ਨਹੀਂ ਹੋਈ ਸੀ ਅਤੇ ਉਹ ਪਾਕਿਸਤਾਨ ਦੇ ਖੂਬਸੂਰਤ ਸ਼ਹਿਰ ਲਾਹੌਰ 'ਚ ਰਹਿੰਦੇ ਸੀ ਔਰ ਮੇਰਾ ਦਾਦਕਾ ਪਰਿਵਾਰ ਬਹੁਤ ਹੀ ਆਰਥਿਕ ਪੱਖੋਂ ਮਜ਼ਬੂਤ ਸੀ ਔਰ ਮੇਰੇ ਦਾਦਾ ਜੀ ਮਹਿੰਗਾ ਪਿੰਡ ਦੇ ਉੱਥੇ ਸਰਪੰਚ ਸਨ। ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਸ ਵੇਲੇ ਨਸਲੀ ਦੰਗਿਆਂ ਦੇ ਦਾ ਸ਼ਿਕਾਰ ਹੋ ਗਿਆ ਮੇਰੇ ਦਾਦਾ ਦਾਦੀ ਜੀ ਔਰ ਮੇਰੇ ਮਾਤਾ ਪਿਤਾ। ਮੇਰੀ ਇੱਕ ਭੈਣ 8 ਸਾਲ ਦੀ ਸੀ ਉਦੋਂ, ਤਾਂ ਉਹਨੂੰ ਲੈ ਕੇ ਇਕੱਲੇ ਜਿਹੜੇ ਕਾਫਲੇ ਦੇ ਨਾਲ ਉਹ ਲੁਧਿਆਣੇ ਸ਼ਰਨਾਰਥੀ ਕੈਂਪ ਵਿੱਚ ਆਏ ਔਰ ਇੱਥੇ ਆ ਕੇ ਰੋਟੀ ਰੋਜ਼ੀ ਦਾ ਜੁਗਾੜ ਲੱਭਣ ਲੱਗੇ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ। ਉਹਨਾਂ ਨੇ ਮਾੜੇ ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਬਹੁਤ 6 ਸਾਲਾਂ ਬਾਅਦ ਉਹਨਾਂ ਨੂੰ ਇੱਕ ਆੜ੍ਹਤੀਏ ਕੋਲ ਜਿਹੜੀ ਸੀ ਬਤੌਰ ਅਕਾਊਂਟੈਂਟ ਜਿਹੜੀ ਨੌਕਰੀ ਮਿਲੀ, ਪਰ ਉਹ ਵੀ ਉਹਨਾਂ ਦੇ ਲਿਆਕਤ ਦੇ ਮੁਤਾਬਕ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਸੀ। ਇਸ ਤਰ੍ਹਾਂ ਮੇਰਾ ਬਚਪਨ ਬਹੁਤ ਹੀ ਤੰਗੀਆਂ ਤੁਰਸ਼ਾਂ ਤੇ ਮੈਂ ਦੇਖਿਆ, ਆਪਣੇ ਮਾਂ-ਬਾਪ ਨੂੰ ਸੰਘਰਸ਼ ਕਰਦਿਆਂ ਦੇਖਿਆ ਔਰ ਇਹਦੇ ਨਾਲ ਨਾਲ ਕਿ ਮੇਰਾ ਜੀਵਨ ਵੀ ਸੰਘਰਸ਼ਮਈ ਇਸ ਤਰ੍ਹਾਂ ਹੋ ਗਿਆ ਕਿ ਅੱਜ ਵੀ ਮੇਰਾ ਮਤਲਬ ਦਿਲ ਭਰ ਜਾਂਦਾ ਹੈ ਕਿ ਜਦੋਂ ਮੈਂ ਉਹ ਦਿਹਾੜੇ ਯਾਦ ਕਰਦੀ ਹਾਂ ਕਿ ਮੈਂ 3 ਜਮਾਤ 'ਚ ਪੜ੍ਹਦੀ ਸੀ ਔਰ ਮੇਰੇ ਮਾਤਾ ਜੀ ਮੈਨੂੰ ਸਵੇਰੇ 5 ਵਜੇ ਜਗਾ ਦਿੰਦੇ ਸੀ ਔਰ ਮੈਂ ਉੱਠਦੀ ਫਟਾਫਟ ਤਿਆਰ ਹੁੰਦੀ। ਮੇਰੇ ਮਾਤਾ ਜੀ ਜਿਹੜੇ ਸਨ ਉਹਨਾਂ ਨੇ ਇੱਕ ਪੈਸਾ ਜੋੜ ਕੇ ਮਸ਼ੀਨ ਲਈ ਹੋਈ ਸੀ, ਉਹ ਸਿਲਾਈ ਮਸ਼ੀਨ ਚਲਾ ਕੇ ਕੱਪੜੇ ਸੀਂਦੇ ਸਨ ਔਰ ਉਹ ਕੱਪੜੇ ਜਿਹੜੇ ਸੀਤੇ ਹੋਏ ਕੱਪੜਿਆਂ ਦੀ ਭਾਂਡ ਉਹਨਾਂ ਨੇ ਮੇਰੇ ਸਿਰ 'ਤੇ ਰੱਖ ਦੇਣੇ ਔਰ ਮੈਂ ਲੁਧਿਆਣੇ ਦੀ ਬੂਟਾ ਸ਼ਾਹ ਦੀ ਮੰਡੀ ਹੈ ਤੇ ਉਹਦੇ ਵਿੱਚ ਇੱਕ ਦਰਜੀ ਹੁੰਦਾ ਸੀਗਾ ਜੀ, ਉਹ ਦਰਜੀ ਜਿਹੜਾ ਸੀ ਉਹਨੂੰ ਮੈਂ ਉਹ ਸੀਤੇ ਹੋਏ ਕੱਪੜੇ ਦੇ ਕੇ ਆਣੇ ਔਰ ਅਣਸੀਤੇ ਕੱਪੜਿਆਂ ਦੀ ਪੰਡ ਜਿਹੜੀ ਹੈ ਉਹ ਆਪਣੇ ਸਿਰ 'ਤੇ ਆਪਣੇ ਚੁੱਕ ਕੇ ਲਿਆਉਣੇ ਕਿਉਂਕਿ ਉਦੋਂ ਕੋਰੇ ਲੱਟੇ ਦੇ ਕੁੜਤਾ ਪਜਾਮਾ ਹੁੰਦੇ ਸਨ ਤੇ ਉਹ ਕੱਟੇ ਹੋਏ ਉਸ ਸਮੇਂ ਦੇ ਵਿੱਚ ਕੱਪੜਾ ਹੀ ਕੁਛ ਜਿਵੇਂ ਲੱਠਾ ਹੋ ਗਿਆ, ਜਿਵੇਂ ਮਲਮਲ ਹੋ ਗਿਆ ਜਾਂ ਕੁਛ। ਹਾਂਜੀ, ਤੇ ਉਹ ਮੈਂ ਸਿਰ 'ਤੇ ਪੰਡ ਲੈ ਕੇ ਆਉਂਦੀ ਸੀ। ਇਹ ਸਿਲਸਿਲਾ ਜਿਹੜਾ ਸੀ ਜੀ ਜਦੋਂ ਤੱਕ ਮੈਂ 8ਵੀਂ ਪਾਸ ਨਹੀਂ ਕਰ ਲਈ ਚੱਲਦਾ ਰਿਹਾ ਔਰ ਤਕਰੀਬਨ ਉਦੋਂ 5 ਮੀਲ
ਕਿਉਂਕਿ ਕਿਲੋਮੀਟਰ ਨਹੀਂ ਕਿਹਾ ਜਾਂਦਾ ਸੀ, 5 ਮੀਲ ਜਿਹੜਾ ਮੈਂ ਪੈਦਲ ਚੱਲਦੀ ਸਾਂ। ਔਰ ਜਦੋਂ ਮੈਂ 8ਵੀਂ ਪਾਸ ਕਰ ਲਈ ਤਾਂ ਮੇਰੇ ਸਾਹਮਣੇ ਇੱਕ ਬਹੁਤ ਵੱਡੀ ਮੁਸੀਬਤ ਇਹ ਹੋ ਗਈ ਕਿ ਮੇਰੇ ਪਿਤਾ ਜੀ ਜਿਹੜੇ ਪੜ੍ਹੇ ਲਿਖੇ ਹੋ ਕੇ ਪਤਾ ਨਹੀਂ ਕੁੜੀਆਂ ਨੂੰ ਪੜ੍ਹਾਉਣ ਦੇ ਹੱਕ ਵਿੱਚ ਨਹੀਂ ਸਨ। ਤਾਂ ਉਹਨਾਂ ਨੇ ਮੇਰੀ ਭੈਣ ਨੂੰ ਹਾਂਜੀ, ਉਸ ਸਮੇਂ ਜ਼ਮਾਨਾ ਕੁਛ ਥੋੜਾ ਜਿਹਾ ਐਸਾ ਸੀ। ਹਾਂਜੀ ਹਾਂਜੀ, ਤੇ ਉਸ ਕਰਕੇ ਹੋ ਸਕਦਾ ਹੈ। ਔਰ ਮੇਰੀ ਭੈਣ ਨੂੰ ਵੀ ਉਹਨਾਂ ਨੇ ਬੜੀ, ਮੇਰੀ ਮਾਂ ਦੇ ਮਿੰਨਤਾਂ ਕਰਨ ਤੇ ਉਹਨਾਂ ਨੇ 10ਵੀਂ ਜਮਾਤ ਕਰਾਈ, ਬਾਅਦ 'ਚ ਗਿਆਨੀ ਕਰਕੇ ਚਲੋ ਉਹਨਾਂ ਨੂੰ ਹਟਾ ਲਿਆ। ਪਰ ਮੈਂ ਆਪਣਾ ਸਗੋਂ ਜੀ ਅੱਗੋਂ ਪੜ੍ਹਨਾ ਚਾਹੁੰਦੀ ਸਾਂ। ਔਰ ਮੇਰੀ ਬੜੀ ਖਾਹਿਸ਼ ਸੀਗੀ ਕਿ ਮੇਰੀ ਮਾਤਾ ਜਿਹੜੀ 5 ਜਮਾਤਾਂ ਪੜ੍ਹੀ ਹੋਈ, ਪਰ ਉਹ ਮਤਲਬ ਕੁੜੀਆਂ ਨੂੰ ਪੜ੍ਹਾ ਕੇ ਆਪਣੇ ਪੈਰਾਂ ਦੇ ਉੱਤੇ ਖੜਾ ਕਰਨਾ ਚਾਹੁੰਦੇ ਸੀ। ਸੋ ਇਸ ਕਰਕੇ ਮੇਰੇ ਮਾਤਾ ਜੀ ਨੇ ਪਿਤਾ ਜੀ ਨੂੰ ਮਨਾ ਲਿਆ ਔਰ ਮੈਂ ਪੜ੍ਹਨ ਲੱਗ ਗਈ। ਪਰ ਬਚਪਨ ਜਿਹੜਾ ਵੇ ਅੱਜ ਵੀ ਯਾਦ ਕਰਕੇ, ਜਿਹੜਾ ਕਿ ਬਚਪਨ ਖੇਡਣ ਦਾ, ਖੁਸ਼ੀਆਂ ਮਨਾਉਣ ਦਾ, ਦੌੜਨ ਦਾ, ਭੱਜਣ ਦਾ, ਮੌਲਣ ਦਾ, ਵਿਕਸਣ ਦਾ ਹੁੰਦਾ ਹੈ। ਪਰ ਮੇਰਾ ਬਚਪਨ ਜਿਹੜਾ ਹੈ ਬਹੁਤ ਸੰਘਰਸ਼ਮਈ ਬੀਤਿਆ, ਕਿਉਂਕਿ ਜਦੋਂ ਸਕੂਲੋਂ ਆਉਣਾ ਤਾਂ ਆਪਣਾ ਘਰ ਦੇ ਕੰਮਾਂ 'ਚ ਵੀ ਹੱਥ ਵਟਾਉਣਾ, ਕਿਉਂਕਿ ਮੇਰੀ ਭੈਣ ਦਾ ਜਦੋਂ ਵਿਆਹ ਹੋ ਗਿਆ ਉਦੋਂ ਤੇ ਫਿਰ ਮੈਨੂੰ ਬਹੁਤ ਹੀ ਜ਼ਿਆਦਾ ਕੰਮ ਕਰਨਾ ਪੈਂਦਾ ਸੀ। ਸੋ ਖੇਡਣ ਦੇ ਦਿਨ ਹੁੰਦੇ ਨੇ, ਰਾਤ ਨੂੰ ਥੋੜ੍ਹਾ ਬਹੁਤਾ ਖੇਡ ਲੈਣਾ। ਤੇ ਪਰ ਇਸ ਸੰਘਰਸ਼ ਨੇ ਮੈਨੂੰ ਜ਼ਿੰਦਗੀ 'ਚ ਸਿਖਾਇਆ ਬਹੁਤ ਹੈ। ਤੁਸੀਂ ਕਿਹਾ ਵੀ ਪਾਕਿਸਤਾਨ ਨੂੰ ਆਏ, ਵੀ ਹੁਣ ਪਾਕਿਸਤਾਨ ਦੇ ਨਾਲ ਤੁਹਾਡਾ ਕੋਈ ਰਿਸ਼ਤਾ ਹੈ? ਨਹੀਂ, ਪਾਕਿਸਤਾਨ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ, ਉੱਥੋਂ ਦੇ ਲੋਕਾਂ ਨੂੰ ਪਿਆਰ ਬਹੁਤ ਕਰਦੀ ਹਾਂ। ਪਰ ਮੇਰੀ ਨਹੀਂ ਜੀ, ਮੇਰੇ ਕਹਿਣ ਦਾ ਭਾਵ ਆਪਾਂ ਪਾਕਿਸਤਾਨ ਨੂੰ ਤਾਂ ਪਿਆਰ ਕਰਦੇ ਆ, ਹਾਂ, ਪਰ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਹੈ? ਨਹੀਂ, ਸਾਡਾ ਕੋਈ ਰਿਸ਼ਤੇਦਾਰ ਨਹੀਂ, ਕਿਉਂਕਿ ਦਾਦਾ ਦਾਦੀ ਨਸਲੀ ਦੰਗਿਆਂ ਦਾ ਸ਼ਿਕਾਰ ਹੋ ਗਏ। ਚਾਚਾ ਤਾਇਆ ਜੀ ਉਹ ਵੀ ਆਪਣਾ ਨਹੀਂ ਹੈ ਇਸ ਦੁਨੀਆ ਦੇ ਵਿੱਚ, ਤੇ ਉਹ ਵੀ ਇੱਥੇ ਲੁਧਿਆਣੇ ਹੀ ਆ ਗਏ ਸੀ, ਲੇਕਿਨ ਅਲੱਗ ਕਾਫਲਾ ਆਇਆ ਸੀ ਉਹਨਾਂ ਦਾ ਨਾ, ਅਲੱਗ ਰਹਿੰਦੇ ਸੀ। ਇਸ ਕਰਕੇ ਕੋਈ ਵੀ ਨਹੀਂ ਹੈ ਹੁਣ ਤਾਂ ਪਾਕਿਸਤਾਨ ਦੇ ਨਾਮ ਨਾਲ, ਲਾਹੌਰ ਸ਼ਹਿਰ ਦੇ ਨਾਮ ਨਾਲ ਔਰ ਉੱਥੋਂ ਦੇ ਲੋਕਾਂ ਨਾਲ ਮੈਂ ਅੰਤਾਂ ਦਾ ਮੋਹ ਕਰਦੀ ਹਾਂ, ਕਿਉਂਕਿ ਮੇਰੇ ਮਾਂ-ਬਾਪ ਉੱਥੋਂ ਦੇ ਰਹਿਣ ਵਾਲੇ ਸੀ। ਤੇ ਇਹ ਫਿਰ ਸਾਹਿਤ ਵੱਲ ਤੁਸੀਂ ਕਿਸ ਤਰ੍ਹਾਂ ਆਏ ਜੀ? ਪੜ੍ਹਾਈ ਦੇ ਨਾਲ ਨਾਲ ਸਾਹਿਤ ਦਾ ਸ਼ੌਕ ਕਿਵੇਂ ਪਿਆ? ਹਾਂਜੀ, ਮੈਂ ਸਾਹਿਤ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਪਿਤਾ ਜੀ ਖੁਦ ਇੱਕ ਸ਼ਾਇਰ ਸਨ। ਆ ਦੇਖੋ, ਇੰਨੀਆਂ ਤੰਗੀਆਂ ਤੁਰਸ਼ੀਆਂ ਘਰ ਦੇ ਵਿੱਚ ਹੋਣ ਔਰ ਮਾੜੇ ਮੋਟੇ ਕੰਮ, ਜਿਵੇਂ ਗਰਮੀਆਂ ਦੇ ਵਿੱਚ ਕੁਲਫੀਆਂ ਵੇਚਣੀਆਂ, ਟੌਫੀਆਂ ਵੇਚਣੀਆਂ, ਸਰਦੀਆਂ 'ਚ ਰਿਓੜੀਆਂ, ਮੂੰਗਫਲੀ, ਇਹੋ ਜਿਹੀਆਂ ਚੀਜ਼ਾਂ ਵੇਚ ਕੇ ਜਦੋਂ ਘਰ ਦੇ ਵਿੱਚ ਗੁਜ਼ਾਰਾ ਚੱਲਦਾ ਹੋਵੇ, ਪਰ ਫਿਰ ਵੀ ਸਾਹਿਤਕ ਮਾਹੌਲ ਸੀ। ਉਹਦੇ ਕਾਰਨ ਇਹ ਸੀ ਕਿ ਮੇਰੇ ਪਿਤਾ ਜੀ ਹਾਸ-ਰਸ ਕਵਿਤਾਵਾਂ ਵੀ ਲਿਖਦੇ ਸੀ ਔਰ ਧਾਰਮਿਕ ਕਵਿਤਾਵਾਂ ਵੀ। ਧਾਰਮਿਕ ਕਵਿਤਾਵਾਂ ਉਹਨਾਂ ਨੇ ਆਪਣਾ ਸਾਹਿਬੇ ਕਮਾਲ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਜੀ ਦੇ ਜੀਵਨ ਕਾਲ ਦੀਆਂ ਘਟਨਾਵਾਂ ਬਾਰੇ ਉਹਨਾਂ ਨੇ ਬਹੁਤ ਹੀ ਖੂਬਸੂਰਤ ਕਵਿਤਾਵਾਂ ਲਿਖੀਆਂ, ਜੋ ਕਿ ਧਾਰਮਿਕ ਅਦਾਰਿਆਂ ਵਿੱਚ ਬਹੁਤ ਮਕਬੂਲ ਹੁੰਦੀਆਂ ਸੀ। ਉਹਨਾਂ ਨੇ ਇੱਕ ਕਿਤਾਬ ਵੀ ਲਿਖੀ, ਬਹੁਤ ਮਹਾਂਕਾਵਿ ਸੰਗ੍ਰਹਿ ਮੇਲਾ ਅਨੰਦਪੁਰ ਸਾਹਿਬ ਦਾ, ਤੇ ਉੱਥੇ ਜਦੋਂ ਵੀ ਹੋਲੇ ਮਹੱਲੇ ਦਾ ਮੇਲਾ ਲੱਗਣਾ ਤਾਂ ਉਹ ਜਿਹੜੀ ਕਿਤਾਬ ਦੇ ਛੋਟੇ ਛੋਟੇ ਭਾਗ, ਵੋਲੀਅਮਸ, ਉੱਥੇ ਸੈਂਕੜਿਆਂ ਦੀ ਗਿਣਤੀ 'ਚ ਵਿਕਣ ਲੱਗ ਗਿਆ। ਤੇ ਇਸ ਤਰ੍ਹਾਂ ਜਦੋਂ ਮੈਂ ਘਰ 'ਚ ਰੁੱਸ ਜਾਂਦੀ ਤੇ ਮੇਰੇ ਪਿਤਾ ਜੀ ਜਿਹੜੇ ਸੀ ਉਹ ਮਤਲਬ ਕਵਿਤਾਵਾਂ ਰੂਪੀ ਖਿਡੌਣਿਆਂ ਨਾਲ ਹੀ ਸਾਨੂੰ ਵਰਚਾਉਂਦੇ ਸਨ। ਰੁੱਸੀ ਹੋਈ ਨੂੰ ਮਨਾਉਂਦੇ ਸਨ, ਰੋਂਦੀ ਹੋਈ ਨੂੰ ਹਸਾਉਂਦੇ ਸਨ। ਤਾਂ ਇਸ ਤਰ੍ਹਾਂ ਜਿਹੜਾ ਮਾਹੌਲ ਉਸ ਕਰਕੇ, ਤਾਂ ਜਦੋਂ ਮੇਰੀ ਮੈਰਿਜ ਹੋ ਗਈ ਤਾਂ ਮੈਂ ਦੱਸਣਾ ਚਾਹਾਂਗੀ ਕਿ ਉਹਨਾਂ ਦੀ ਸ਼ਾਇਰੀ ਜਿਹੜੀ ਸੀ ਉਹ ਮੇਰੇ ਅਚੇਤਨ ਮਨ ਰਹੀ। ਪੇਕੇ ਘਰ ਤੋਂ ਜਿਵੇਂ ਦਾਜ ਬਾਕੀ ਆਉਂਦਾ ਨਾ ਯਾਦਾਂ ਦੇ ਵਿੱਚ, ਉਹ ਅਚੇਤਨ ਮਨ ਰਹੀ ਸ਼ਾਇਰੀ ਵੀ ਮੇਰੇ ਸਹੁਰੇ ਪਰਿਵਾਰ 'ਚ ਆਈ। ਪਰ ਲੇਕਿਨ ਮੈਂ ਕਹਿਣਾ ਚਾਹੁੰਦੀ ਹਾਂ, ਕਿਉਂਕਿ ਮੈਂ ਅੱਗੋਂ ਪੜ੍ਹ ਰਹੀ ਸੀ, ਕਿਉਂਕਿ ਮੇਰੇ ਮਾਤਾ ਜੀ ਨੇ ਮੈਨੂੰ, ਪਿਤਾ ਜੀ ਨੂੰ ਮਨਾ ਕੇ 10th ਕਰਵਾ ਲਈ। ਉਸ ਤੋਂ ਬਾਅਦ ਫਿਰ ਉਹ ਕਹਿੰਦੇ ਨੇ JBT ਕਰੋ। JBT ਮੈਂ ਜਗਰਾਉਂ ਤੋਂ ਕੀਤੀ, ਉਹਦੇ 'ਚ ਮੈਂ ਮੈਰਿਟ 'ਚ ਆਈ। 2 ਸਾਲ ਦਾ ਮੈਨੂੰ 15 ਰੁਪਏ ਮਹੀਨੇ ਦੇ ਹਿਸਾਬ ਨਾਲ 360 ਰੁਪਏ ਜਿਹੜਾ 2 ਸਾਲ ਬਾਅਦ ਮਿਲੇ। ਔਰ ਫਿਰ ਮੈਂ ਆਪਣੇ ਮਾਤਾ ਜੀ ਨੂੰ, ਪਿਤਾ ਜੀ ਨੂੰ ਕਿਹਾ ਵੀ ਮੈਨੂੰ ਤਾਂ ਹੁਣ ਵਜ਼ੀਫਾ ਵੀ ਮਿਲ ਗਿਆ, ਮੈਨੂੰ ਕਾਲਜ ਦਾਖਲ ਕਰਾਓ, ਕਿਉਂਕਿ ਮੈਂ ਪੜ੍ਹਨਾ ਚਾਹੁੰਦੀ। ਤਾਂ ਉਦੋਂ ਫਿਰ ਉਹਨਾਂ ਨੇ ਫਿਰ ਮੈਨੂੰ ਮੇਰੀ ਗੱਲ ਮੰਨ ਲਈ ਔਰ ਮੈਂ ਆਪਣੇ ਕਾਲਜ ਜਿਹੜਾ ਹੈ ਲੁਧਿਆਣੇ ਦਾ ਗਰਲਸ ਕਾਲਜ, ਉਦੋਂ ਫॉर ਵੂਮੈਨ ਹੁੰਦਾ ਸੀ, ਉਹਦੇ 'ਚ ਮੈਂ ਦਾਖਲ ਹੋਈ ਔਰ BA ਪਾਰਟ ਮੇਰਾ ਕਲੀਅਰ ਹੋਇਆ ਸੀ। ਸੈਕੰਡ 'ਚ ਪੜ੍ਹ ਰਹੀ ਸਾਂ ਤੇ ਮੇਰੇ ਵਿਆਹ ਦੀਆਂ ਗੱਲਾਂ ਕਰਨ ਲੱਗ ਗਏ। ਪਰ ਮੈਂ ਹਮੇਸ਼ਾ ਅੱਗੋਂ ਪੜ੍ਹਨਾ ਚਾਹੁੰਦੀ ਸੀ। ਫਿਰ ਮੈਂ ਆਪਣੇ ਮਾਤਾ ਪਿਤਾ ਨੂੰ ਕਿਹਾ ਵੀ ਜਿੱਥੇ ਵੀ ਮੇਰੀ ਗੱਲ ਹੋਵੇ ਤੁਸੀਂ ਉਹਨਾਂ ਨੂੰ ਇੱਕ ਸ਼ਰਤ ਇਹ ਰੱਖੋ ਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਸੋ ਬੜੀ ਮੇਰੀ ਸ਼ਰਤ ਜਿਹੜੀ ਮੰਨੀ ਗਈ। ਔਰ ਜਿੱਥੇ ਮੇਰੀ ਮੈਰਿਜ ਹੋਈ ਹੈ, ਮੇਰੇ ਉਸ ਵੇਲੇ ਫਾਦਰ ਇਨ ਲਾ ਉਸ ਵੇਲੇ ਤਰਨਤਾਰਨ ਦੇ ਨਾਇਬ ਤਹਿਸੀਲਦਾਰ ਸਨ, ਪੜ੍ਹਿਆ ਲਿਖਿਆ ਪਰਿਵਾਰ ਹੋਣ ਕਰਕੇ, ਤੇ ਮੇਰੇ ਕਹਿਣਾ ਮੰਨ ਲਿਆ। ਔਰ ਮੈਂ ਵਿਆਹ ਤੋਂ ਬਾਅਦ ਹੀ ਦੇਖੋ BA B.Ed MA 3 ਕੀਤੀਆਂ ਔਰ ਮੈਂ LLB ਵੀ ਕੀਤੀ ਹੋਈ ਹੈ ਜੀ। ਤਾਂ ਇਹ ਸਾਰਾ ਸਹਿਯੋਗ ਮੇਰੇ ਹਸਬੈਂਡ ਦਾ, ਮੇਰੇ ਸਹੁਰੇ ਪਰਿਵਾਰ ਦਾ ਮੈਨੂੰ ਮਿਲਿਆ। ਤੇ ਲਿਖਣ ਦੀ ਗੱਲ, ਜਦੋਂ ਮੈਂ ਕਹਿੰਦੀ ਹਾਂ ਤੁਸੀਂ ਲਿਖਣ ਦੀ ਗੱਲ ਕਿਹਾ ਸੀ ਪ੍ਰਸ਼ਨ, ਤਾਂ ਉਦੋਂ ਮੈਂ ਮਤਲਬ ਲਿਖਣ ਵੱਲ ਤਾਂ ਬਹੁਤਾ ਧਿਆਨ ਨਾ ਦਿੱਤਾ। ਪਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਕਰਕੇ ਹੁਣ ਸਮਾਰਟ ਸਕੂਲ ਬਣ ਗਿਆ, ਉਹਦੇ ਵਿੱਚ ਮੈਂ ਟੀਚਿੰਗ ਜੌਬ 'ਚ ਗਈ।
ਉੱਥੇ ਮੇਰੀ ਨੌਕਰੀ ਲੱਗ ਗਈ ਕਿਉਂਕਿ ਮੈਂ ਬੀਐਡ ਵੀ ਕਰ ਲਈ ਸੀ। ਤਾਂ ਜਦੋਂ ਮੇਰੀ ਨੌਕਰੀ ਲੱਗੀ ਤਾਂ ਬਸ ਕਿਉਂਕਿ ਸ਼ਾਇਰੀ ਮੇਰੇ ਅੰਦਰ ਸੀ, ਪਰ ਹੂੰ ਮੈਨੂੰ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਇੱਕ ਬੱਚੇ ਨੂੰ ਡੈਕਲਾਮੇਸ਼ਨ ਕੰਟੈਸਟ ਲਈ ਹੂੰ ਤਿਆਰ ਕਰਵਾ ਰਹੀ ਸੀਗੀ। ਤੇ ਉਹ ਜਦੋਂ ਮੈਂ ਉਹਨੂੰ ਤਿਆਰ ਕਰਵਾ ਰਹੀ ਸੀ ਤਾਂ ਉਹ ਟੌਪਿਕ ਸੀਗਾ ਕਿ ਦੇਸ਼ ਦੀ ਆਜ਼ਾਦੀ ਤੇ ਲੋਕਾਂ ਦੇ ਦੁੱਖੜੇ। ਤੋ ਉਹ ਟੌਪਿਕ ਕਿਉਂਕਿ ਮੈਂ ਹਿਸਟਰੀ ਦੀ ਵੀ ਐਮਏ ਕੀਤੀ ਹੋਈ ਹੈ, ਇੰਗਲਿਸ਼ ਦੀ ਵੀ ਕੀਤੀ ਹੈ, ਪੋਲੀਟੀਕਲ ਸਾਇੰਸ ਦੀ ਕੀਤੀ ਹੋਈ ਹੈ, ਹਿਸਟਰੀ ਦਾ ਮੈਨੂੰ ਸਭ ਪਤਾ ਸੀ। ਔਰ ਦੂਜੀ ਗੱਲ ਮੇਰੇ ਮਾਂ-ਬਾਪ ਨੇ ਆਪਣੇ ਤਨ ਤੇ ਦੇਸ਼ ਦੀ ਵੰਡ ਦੇ ਦੁੱਖੜੇ ਹੰਢਾਏ ਹੋਏ ਸੀ। ਹੂੰ ਸੋ ਮੈਂ ਉਹ ਜਿਹੜਾ ਸੀਗਾ ਆਪਣਾ ਬਹੁਤ ਅੱਛਾ ਜਿਹੜਾ ਸੀ ਟੌਪਿਕ ਮੈਂ ਵਾਰਤਕ ਵਿੱਚ ਲਿਖ ਲਿਆ। ਹੂੰ ਪਰ ਜਦੋਂ ਵਾਰਤਕ ਲਿਖ ਲਿਆ ਤਾਂ ਪਤਾ ਨਹੀਂ ਕਿਵੇਂ ਮੇਰੇ ਪਾਪਾ ਦੀ ਮੇਰੇ ਬਾਬਲ ਦੀ ਸ਼ਾਇਰੀ ਮੇਰੇ ਆਲੇ ਦੁਆਲੇ ਆ ਗਈ ਤੇ ਮੇਰੇ ਕੋਲ ਲਿਖਿਆ ਗਿਆ। ਉਸ ਨੂੰ ਮੈਂ ਡੈਕਲਾਮੇਸ਼ਨ ਕੰਟੈਸਟ ਵਿੱਚ ਐਡ ਕਰਵਾਈਆਂ ਔਰ ਉਹ ਬੱਚੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜਾ ਮੁਕਾਬਲਾ ਹੋਇਆ ਉਹ ਪਹਿਲਾ ਸਥਾਨ ਆਇਆ। ਤੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਇੱਕ ਲੜਕੀ ਬੜੀ ਅੱਛੀ ਬੁਲਾਰਾ ਸੀ ਉਹ ਸ਼ੈਲੀ, ਤੇ ਇਸ ਕਰਕੇ ਮੇਰੀ ਕਵਿਤਾ ਵੀ ਵਿੱਚ ਮੈਂ ਸ਼ੇਅਰ ਐਡ ਕਰਾਏ, ਸ਼ੁਰੂ ਤੋਂ ਵੀ ਅਖੀਰ ਦਾ ਐਂਡ ਵੀ ਕਰਾਇਆ। ਤੇ ਇਸ ਤਰ੍ਹਾਂ ਉਹ ਬੱਚੇ ਜਦੋਂ ਨਾਮ ਲੈ ਕੇ ਆਈ ਤਾਂ ਮੈਨੂੰ ਇਹ ਸਮਝੋ ਕਿ ਮੈਨੂੰ ਉਹ ਲਿਖਣ ਦਾ ਮੇਰਾ ਸ਼ੁਰੂਆਤ ਹੋ ਗਈ। ਇਹ ਕਵਿਤਾ ਤੁਸੀਂ ਜ਼ਰੂਰ ਸੁਣਾਓ ਜੀ। ਸਭ ਨਾਲੋਂ ਪਹਿਲੀ ਕਿਹੜੀ ਕਵਿਤਾ ਸੀ ਤੁਹਾਡੀ? ਹਾਂਜੀ, ਮੈਂ ਲਿਖਿਆ ਸੀ ਇਤਿਹਾਸ ਆਜ਼ਾਦੀ ਦਾ ਮੈਂ ਜਦ ਵੀ ਪੜ੍ਹਦੀ ਹਾਂ। ਇਤਿਹਾਸ ਆਜ਼ਾਦੀ ਦਾ ਮੈਂ ਜਦ ਵੀ ਪੜ੍ਹਦੀ ਹਾਂ, ਹੰਝੂਆਂ ਦੇ ਸਾਗਰ ਦੇ ਵਹਿਣਾਂ ਵਿੱਚ ਹੜਦੀ ਹਾਂ। ਜਦ ਅਸੀਂ ਗੁਲਾਮੀ ਦੇ ਪਿੰਜਰੇ ਵਿੱਚ ਰਹਿੰਦੇ ਸੀ, ਜਦ ਅਸੀਂ ਗੁਲਾਮੀ ਦੇ ਪਿੰਜਰੇ ਵਿੱਚ ਰਹਿੰਦੇ ਸੀ, ਬੜੇ ਦੁੱਖੜੇ ਸਹਿੰਦੇ ਸੀ, ਸਹਿਮੇ ਹੀ ਰਹਿੰਦੇ ਸੀ। ਜਦ ਜ਼ੁਲਮ ਗੋਰਿਆਂ ਦੇ ਹੋ ਗਏ ਲੰਮੇ ਸਨ, ਜਦ ਜ਼ੁਲਮ ਗੋਰਿਆਂ ਦੇ ਹੋ ਗਏ ਲੰਮੇ ਸਨ, ਤਾਂ ਭਗਤ ਸਿੰਘ ਵਰਗੇ ਕਈ ਸੂਰਮੇ ਜੰਮੇ ਸਨ। ਵਾਹ ਜੀ ਜੋ ਡਾਂਗਾ ਖਾ ਕੇ ਵੀ ਹੱਡੀਆਂ ਤੁੜਵਾ ਵਾਹ ਕੇ ਜੀ ਵਾਹ, ਵਾਹ ਜੀ। ਜੋ ਡਾਂਗਾ ਖਾ ਕੇ ਵੀ ਹੱਡੀਆਂ ਤੁੜਵਾ ਕੇ ਵੀ ਉਫ ਨਾ ਕਰਦੇ ਸੀ, ਚੁੰਮ ਫਾਂਸੀ ਦੇ ਰੱਸੇ ਸੂਲੀ ਤੇ ਚੜਦੇ ਸੀ। ਉਹ ਦੇਸ਼ ਦੀਵਾਨੇ ਸਨ, ਉਹ ਦੇਸ਼ ਦੀਵਾਨੇ ਸਨ, ਉਹ ਸ਼ਮਾ ਆਜ਼ਾਦੀ ਦੇ ਸੱਚੇ ਪਰਵਾਨੇ ਸਨ। ਗੁਲਾਮੀ ਦੀਆਂ ਸੰਗਲਾਂ ਨੂੰ ਵਾਹ ਜੀ ਵਾਹ। ਗੁਲਾਮੀ ਦੀਆਂ ਸੰਗਲਾਂ ਨੂੰ ਉਹਨਾਂ ਤੋੜ ਵਿਖਾ ਦਿੱਤਾ ਤੇ ਭਾਰਤ ਪਿਆਰੇ ਨੂੰ ਆਜ਼ਾਦ ਕਰਾ ਦਿੱਤਾ। ਤੋ ਬੱਚੇ ਨੂੰ ਲਾਸਟ ਲਾਈਨਾਂ ਜਿਹੜੀਆਂ ਮੈਂ ਲਿਖਾਈਆਂ, ਇਹ ਮਹਿਲ ਆਜ਼ਾਦੀ ਦਾ ਅਸੀਂ ਟੈਨ ਨਹੀਂ ਦੇਣਾ, ਹਾਏ ਹਾਏ। ਇਹ ਮਹਿਲ ਆਜ਼ਾਦੀ ਦਾ ਅਸੀਂ ਟੈਨ ਨਹੀਂ ਦੇਣਾ, ਤੇ ਇਸ ਵਿੱਚ ਹਨੇਰੇ ਨੂੰ ਕਦੇ ਰਹਿਣ ਨਹੀਂ ਦੇਣਾ, ਤੇ ਇਸ ਵਿੱਚ ਹਨੇਰੇ ਨੂੰ ਕਦੇ ਰਹਿਣ ਨਹੀਂ ਦੇਣਾ। ਤੋ ਇਹ ਸੱਗੂ ਦੀ ਮੇਰੀਆਂ ਪਹਿਲੀਆਂ ਰਚਨਾ ਸੀ। ਤੋ ਉਸ ਤੋਂ ਬਾਅਦ ਮੈਂ ਲਿਖਣ ਲੱਗ ਗਈ, ਗੀਤ ਲਿਖੇ, ਕਵਿਤਾਵਾਂ ਲਿਖੀਆਂ, ਗਜ਼ਲਾਂ ਲਿਖੀਆਂ, ਲੇਖ ਬਹੁਤ ਸਾਰੇ ਲਿਖੇ। ਹੂੰ ਪਰ ਮੇਰੇ ਅੰਦਰ ਇੱਕ ਗਜ਼ਲ ਲਿਖਣ ਦਾ ਚਾਅ ਸੀ। ਅੱਛਾ ਜੀ, ਇਹਦਾ ਮਤਲਬ ਇਹ ਹੋਇਆ ਵੀ ਤੁਹਾਡੀ ਸ਼ਾਦੀ ਤੋਂ ਬਾਅਦ ਜਿਹੜਾ ਤੁਹਾਡੇ ਕਵਿਤਾ ਸੀ, ਜਿਹੜੇ ਸਾਹਿਤ ਸੀ, ਉਹ ਸਹੁਰੇ ਘਰ ਨਾਲ ਹੀ ਆ ਗਿਆ। ਹਾਂਜੀ, ਬਿਲਕੁਲ ਬਿਲਕੁਲ ਜੀ, ਇੱਕ ਦਾਜ ਦੇ ਰੂਪ ਚ ਅੱਛਾ, ਮੇਰੇ ਨਾਲ ਕਦੇ ਇਸ ਤਰ੍ਹਾਂ ਹੋਇਆ ਜੀ ਵੀ ਤੁਹਾਡੇ ਦਿਮਾਗ ਦੇ ਵਿੱਚ ਆਪਣੇ ਇੱਕ ਥਾਟ ਆ ਜਾਂਦਾ ਹੈ, ਹਾਂਜੀ ਕੋਈ ਹਾਂਜੀ ਕਵਿਤਾ ਹੋਈ, ਕੋਈ ਗਜ਼ਲ ਹੋਈ, ਆਪਣੇ ਕੋਲੇ ਥਾਟ ਆ ਜਾਂਦਾ ਹੈ, ਆਪਾਂ ਫਰੇਮ ਬਣਾ ਲੈਂਦੇ ਹਾਂ ਪਹਿਲਾਂ ਲਿਖਣ ਦਾ। ਤੇ ਵੀ ਇਹ ਹੋਇਆ ਵੀ ਕਦੇ ਸਬਜ਼ੀ ਮੱਚ ਗਈ ਵੀ ਥਾਟ ਦੇ ਹਿਸਾਬ ਨਾਲ? ਹਾਂ, ਕੋਈ ਐਸਾ ਐਕਸੀਡੈਂਟ ਹੋਇਆ? ਨਹੀਂ ਨਹੀਂ, ਇਸ ਤਰ੍ਹਾਂ ਤਾਂ ਹੁੰਦਾ ਹੀ ਕਿ ਦੇਖੋ ਜਦੋਂ ਮੈਂ ਲਿਖਦੀ ਸੀਗੀ ਗਜ਼ਲਾਂ ਤਾਂ ਉਦੋਂ ਉਹਦੇ ਵਿੱਚ ਮੈਨੂੰ ਬਿਆਰਾਂ ਬਾਰੇ ਕੋਈ ਸਮਝ ਨਹੀਂ ਸੀਗੀ, ਤੇ ਨਾ ਹੀ ਮੈਨੂੰ ਜ਼ਿਆਦਾ ਬਰੀਕੀਆਂ ਦਾ ਪਤਾ ਸੀ, ਪਰ ਮੈਂ ਲਿਖਦੀ ਸੀ ਕਿਉਂਕਿ ਗਜ਼ਲ ਇੱਕ ਮੇਰਾ ਸਕੂਨ ਬਣ ਗਿਆ ਸੀਗਾ, ਰੂਹ ਦੀ ਖੁਰਾਕ ਬਣ ਗਈ। ਲਿਖਣਾ ਪੜ੍ਹਨਾ ਮੇਰਾ ਮਤਲਬ ਸ਼ੌਕ ਸੀਗਾ ਇਹ। ਪਰ ਪ੍ਰੋਬਲਮ ਮੇਰੀ ਇਹ ਸੀ ਕਿ ਜਦੋਂ ਮੈਂ ਸਕੂਲ ਦੀ ਪੜ੍ਹਾਈ ਲਿਖਣੇ ਤਾਂ ਸ਼ੁਰੂ ਕਰ ਦਿੱਤੇ, ਪਰ ਮੈਂ ਕਦੇ ਕਿਸੇ ਅਖਬਾਰ 'ਚ ਨਹੀਂ ਸੀ ਭੇਜਦੀ, ਤੇ ਕਿਉਂਕਿ ਮੈਨੂੰ ਲੱਗਦਾ ਸੀਗਾ ਵੀ ਇਹ ਕਿਹੜਾ ਛਪਣਾ ਮੈਂ। ਪਰ ਮੇਰੀ ਖੁਸ਼ਕਿਸਮਤੀ ਹੈ ਸਗੂ ਜੀ ਕਿ ਮੇਰੇ ਉੱਥੇ ਸਕੂਲ ਦੇ ਵਿੱਚ ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਰਾਜ ਦੁਲਾਰ ਜੀ ਆਏ, ਕਹਿੰਦੇ ਨੇ ਫਿਰ ਤੁਸੀਂ ਭੇਜਿਆ ਕਰੋ। ਤਾਂ ਉਹਨਾਂ ਦੀ ਹੱਲਾਸ਼ੇਰੀ ਕਰਕੇ ਮੈਂ ਜਗਬਾਣੀ ਨੂੰ ਆਪਣੀਆਂ 2 ਰਚਨਾਵਾਂ ਭੇਜੀਆਂ, ਇੱਕ ਤਾਂ ਜਿਹੜੀ ਤੁਹਾਨੂੰ ਮੈਂ ਸੁਣਾਈ, ਇੱਕ ਦੂਜੀ। ਔਰ ਜਗਬਾਣੀ ਦੇ ਵਿੱਚ ਕੁਲਦੀਪ ਸਿੰਘ ਬੇਦੀ ਜੀ ਉਦੋਂ ਆਪਣਾ ਪੰਜਾਬੀ ਜਿਹੜਾ ਜਗਬਾਣੀ ਦੇ ਹੁੰਦੇ ਸੀ ਸੰਪਾਦਕ, ਤਾਂ ਉਹਨਾਂ ਨੇ ਆਉਂਦੇ ਹਫਤੇ ਹੀ ਜਿਹੜੇ ਐਤਵਾਰ ਨੂੰ ਮੈਗਜ਼ੀਨ ਸੈਕਸ਼ਨ ਦੇ ਫਰੰਟ ਪੇਜ ਤੇ ਮੇਰੀਆਂ ਦੋਨੋਂ ਹੀ ਇੱਕ ਜਿਹੜੀ ਹੈ ਗਜ਼ਲ ਔਰ ਇੱਕ ਜਿਹੜੀ ਕਵਿਤਾ ਲੱਗ ਗਈ। ਸੋ ਮੈਨੂੰ ਬਹੁਤ ਖੁਸ਼ੀ ਹੋਈ। ਉਸ ਤੋਂ ਬਾਅਦ ਫਿਰ ਮੈਂ ਆਪਣਾ ਲਿਖਣ ਲੱਗ ਗਈ ਔਰ ਆਪਣਾ ਸਾਹਿਤ ਸਭਾਵਾਂ ਵਿੱਚ ਵੀ ਜਾਣ ਲੱਗ ਗਈ। ਔਰ ਸਾਹਿਤ ਸਭਾਵਾਂ ਦੇ ਵਿੱਚ ਜਾਣ ਦੇ ਨਾਲ ਉੱਥੇ ਮੈਨੂੰ ਬਹੁਤ ਜ਼ਿਆਦਾ ਸੁਝਾਅ ਮਿਲਣੇ, ਜਿਹੜੀਆਂ ਸਾਹਿਤ ਸਭਾਵਾਂ 'ਚ ਮੀਟਿੰਗ ਹੋਣੀ, ਮੈਨੂੰ ਵੀ ਮੌਕਾ ਮਿਲਣਾ ਬੋਲਣ ਦਾ। ਮੈਂ ਆਪਣੀਆਂ ਗਜ਼ਲਾਂ ਜਾਂ ਆਪਣੇ ਗੀਤ ਜਾਂ ਜੋ ਵੀ ਕਵਿਤਾ ਲਿਖ ਕੇ ਲੈ ਕੇ ਜਾਂਦੀ।
ਤੋਂ ਸੁਣਾ ਮਤਲਬ ਸੁਣਦੇ ਸੀ ਤੇ ਸੁਝਾਅ ਦਿੰਦੇ ਸੀ। अपना बहुत ही गज़ल को नामवर अजायब चित्रकार जी। तो बहुत मैनू अच्छा लग्या, बहुत कुछ मैं पंजाबी भवन चों उन्हां सभावां चों सिखदी रही। नहीं मैडम जी, मेरा सवाल ये सी भी देखो तुसी एक अच्छी धी बन के आए, धी सी, धी तो बाद तुसी एक पत्नी दे रूप दे विच आए ਇਹ ਤੁਸੀਂ ਆਹ ते शायद तुहाडा नाल आ गया। मैं तुहानूं ये कहना भी तुसी घर-बार भी साਂਭਣਾ ਸੀ, तुसी ਬੱਚਿਆਂ ਨੂੰ ਵੀ ਸੰਭਾਲਣਾ ਸੀ ਤੇ ਕਈ ਵਾਰੀ ਐ ਵੀ ਚੁੱਲ੍ਹੇ ਦਾ ਕੰਮ ਕਰਦੇ ਹੋਏ ਚੌਂਕੇ ਦਾ ਕੰਮ ਕਰਦੇ ਹੋਏ ਕਦੇ ਦੁੱਧ ਉਬਲਿਆ ਹੋਵੇ, ਤੁਹਾਡੇ ਮਨ ਦੇ ਵਿੱਚ ਕੋਈ ਥਾਟ ਹੋਵੇ ਜਾਂ ਕਦੇ ਸਬਜ਼ੀ ਲੱਗੀ ਹੋਵੇ ਜਾਂ ਕਿਤੇ ਕੋਈ ਇਹੋ ਜਿਹਾ ਚਾਂਸ ਹੋਇਆ? ਹਾਂ, ਨਹੀਂ ਇਹੋ ਜਿਹਾ ਕੋਈ ਚਾਂਸ ਨਹੀਂ ਹੋਇਆ। ਇਹ ਸੱਚ ਹੈ ਕਿ ਜਦੋਂ ਕੋਈ ਕਵਿਤਾ ਤੁਹਾਨੂੰ ਆਉਂਦੀ ਹੈ, ਕੋਈ ਥਾਟ ਆਉਂਦਾ ਹੈ, ਜਦੋਂ ਤੱਕ ਤੁਸੀਂ ਉਸ ਨੂੰ ਲਿਖ ਨਹੀਂ ਲੈਂਦੇ ਤੇ ਤਦ ਤੱਕ ਜਿਹੜਾ ਹੈਗਾ ਉਹ ਭੁੱਲ ਜਾਂਦਾ ਉਸ ਤੋਂ ਬਾਅਦ। ਤੇ ਇਦਾਂ ਪਹਿਲਾਂ ਮੇਰੇ ਨਾਲ ਬਹੁਤ ਵਾਰੀ ਇਸ ਤਰ੍ਹਾਂ ਦੇ ਹੋਇਆ ਕਿ ਮੈਂ ਰਸੋਈ ਦੇ ਵਿੱਚ ਜਦੋਂ ਕੁਝ ਖਾਣਾ ਵਗੈਰਾ ਬਣਾ ਰਹੀ ਹਾਂ ਤੇ ਮੇਰਾ ਕੋਈ ਥਾਟ ਆਇਆ, ਪਰ ਉਸ ਵੇਲੇ ਕਾਗਜ਼ ਨਾ ਹੋਣ ਕਰਕੇ ਮੈਂ ਉਸ ਤੋਂ ਖੁੰਝ ਗਈ। ਪਰ ਉੱਥੋਂ ਮੈਨੂੰ ਸਬਕ ਬਹੁਤ ਵੱਡਾ ਮਿਲਿਆ। ਸਬਕ ਮਿਲਿਆ ਕਿ ਹੁਣ ਮੈਂ ਉਸ ਤੋਂ ਬਾਅਦ ਰਸੋਈ ਦੇ ਵਿੱਚ ਵੀ ਕਾਗਜ਼ ਪੈਨ ਰੱਖਣਾ, ਡਾਇਰੀ ਰੱਖਣੀ। ਮੈਂ ਆਪਣੇ ਸੌਣ ਲੱਗਿਆ ਵੀ ਸਿਰਾਂਦੀ ਜਿਹੜੀ ਹੈ ਡਾਇਰੀ ਤੇ ਪੈਨ ਰੱਖਦੀ ਸੀਗੀ। ਤੇ ਜਦ ਸਫ਼ਰ ਕਰਨ ਜਾਣਾ, ਸਫ਼ਰ ਪਹਿਲੇ ਵੀ ਮੈਂ ਰੱਖਦੀ। ਸੋ ਮੇਰਾ ਕੋਈ ਸਥਾਨ ਨਹੀਂ, ਕੋਈ ਜਗ੍ਹਾ ਨਹੀਂ, ਕੋਈ ਸਮਾਂ ਨਹੀਂ ਕਿ ਮੈਂ ਮਤਲਬ ਉਦੋਂ ਹੀ ਲਿਖਣਾ। ਤੁਹਾਡੇ ਕਹਿਣ ਅਨੁਸਾਰ ਕਿ ਉਦੋਂ ਜਦੋਂ ਥਾਟ ਆਉਂਦਾ ਲਿਖਣਾ ਜ਼ਰੂਰੀ ਹੁੰਦਾ। ਪਰ ਇੱਕ ਵਾਰੀ ਜਦੋਂ ਰਸੋਈ ਦੇ 'ਚ ਇਹ ਮੇਰੇ ਨਾਲ ਘਟਨਾ ਵਾਪਰੀ ਕਿ ਮੈਂ ਖਾਣਾ ਬਣਾਉਣ ਲੱਗਿਆ ਜਦੋਂ, ਤੇ ਉਹ ਖੁੰਝ ਗਿਆ, ਮੁੜ ਕੇ ਮੈਨੂੰ ਯਾਦ ਹੀ ਨਾ ਆਵੇ। ਤਾਂ ਉਸ ਤੋਂ ਬਾਅਦ ਮੈਂ ਸਬਕ ਸਿੱਖਿਆ। ਤੇ ਹੁਣ ਇਹ ਹੈਗਾ ਕਿ ਮੈਂ ਅੱਧੀ ਰਾਤ ਵੇਲੇ ਵੀ ਜਦੋਂ ਮੈਨੂੰ ਕੋਈ ਥਾਟ ਆਉਂਦਾ ਹੈ ਤਾਂ ਮੈਂ ਲਿਖ ਲੈਂਦੀ ਹਾਂ। ਅੱਛਾ ਜੀ ਮੈਡਮ ਜੀ, ਮੇਰਾ ਇੱਕ ਸਵਾਲ ਹੋਰ ਕਿਉਂਕਿ ਇਸ ਤਰ੍ਹਾਂ ਵਿਚਾਰ ਗੋਸ਼ਟੀ ਆਪਣੀ ਚੱਲਦੀ ਰਹਿਣੀ ਹੈ। ਹਾਂਜੀ ਹਾਂਜੀ। ਜਿਸ ਤਰ੍ਹਾਂ ਸੰਤ ਰਾਮਦਾਸੀ ਜੀ ਹੋਏ ਜਾਂ ਪਾਸ਼ ਜੀ ਹੋਏ ਜਾਂ ਇਹਨਾਂ ਦੇ ਇਨਕਲਾਬੀ ਜਿਹੜਾ ਹੈ ਜਿਹੜਾ ਸਾਹਿਤ ਇਹਨਾਂ ਦੇ ਕਵਿਤਾਵਾਂ ਨੇ, ਉਹਨਾਂ ਦੇ ਵਿੱਚੋਂ ਇਨਕਲਾਬੀ ਦੀ ਝਾਤ ਮਾਰਦੀ ਹੈ, ਦੱਬੇ ਕੁਚਲੇ ਲੋਕਾਂ ਦੀ ਗੱਲ ਇਹਨਾਂ ਨੇ ਕੀਤੀ ਹੈ। ਅਤੇ ਇਹਦੇ ਨਾਲ ਨਾਲ ਜੇ ਆਪਾਂ ਹੁਣ ਗੱਲ ਕਰੀਏ ਸ਼ਿਵ ਕੁਮਾਰ ਬਟਾਲਵੀ ਦਾ ਸਾਰਾ ਇਸ਼ਕ ਹੈ, ਭਾਵੇਂ ਉਹ ਪਰਮਾਤਮਾ ਦੇ ਨਾਲ ਹੈ, ਭਾਵੇਂ ਕਿਵੇਂ ਵੀ ਹੈ, ਉਹਨਾਂ ਦੇ ਇਸ਼ਕ ਦੀ ਝਲਕ ਹਰੇਕ ਕਵਿਤਾ ਦੇ ਵਿੱਚੋਂ, ਹਰੇਕ ਗਜ਼ਲ ਦੇ ਵਿੱਚੋਂ ਮਾਰਦੀ ਹੈ ਝਲਕ। ਅਤੇ ਤੁਸੀਂ ਜ਼ਿਆਦਾਤਰ ਕਿਹੜੇ ਵਿਸ਼ੇ 'ਤੇ ਲਿਖਦੇ ਹੋ? ਮੈਂ ਦੱਸਣਾ ਚਾਹਾਂਗੀ ਕਿ ਮੇਰੀ ਜਿਹੜੀ ਹੈ ਆਪਣਾ ਕਵਿਤਾ ਦਾ, ਗਜ਼ਲ ਦਾ ਜੋ ਸ਼ਾਇਰੀ ਹੈ, ਉਹਦਾ ਆਧਾਰ ਤਾਂ ਸਾਰੀ ਮੁਹੱਬਤ ਹੈ। ਪਰ ਮੈਂ ਇੱਥੇ ਤੁਹਾਡੇ ਨਾਲ ਥੋੜ੍ਹੀ ਜਿਹੀ ਸਹਿਮਤ ਨਹੀਂ ਹਾਂ ਕਿ ਮੁਹੱਬਤ ਜਿਹੜੀ ਹੈ, ਮੈਂ ਸੋਚਦੀ ਹਾਂ ਕਿ ਤੁਸੀਂ ਜਦੋਂ ਸਾਡੇ ਹਰ ਇੱਕ ਦੇ ਅੰਦਰ ਇੱਕ ਮੁਹੱਬਤ, ਇੱਕ ਨੇਕੀ ਕਰਨ ਦੀ ਜਿਹੜਾ ਹੈ ਉਹ ਹਰ ਇੱਕ ਦੇ ਅੰਦਰ ਮਤਲਬ ਉਹਦੀ ਮੌਜੂਦ ਹੈ, ਉਹਦੀ ਮੌਜੂਦਗੀ ਹੈ। ਅਗਰ ਅਸੀਂ ਉਹ ਮੁਹੱਬਤ ਕਰਦੇ ਹਾਂ ਆਪਣੇ ਨਾਲ, ਆਪਣੇ ਨਿੱਜ ਨਾਲ ਜਾਂ ਆਪਣੇ ਪਰਿਵਾਰ ਨਾਲ, ਆਪਣੇ ਸਮਾਜ ਨਾਲ, ਤਾਂ ਆਪਣੇ ਪਰਿਵਾਰ ਤੱਕ ਜਦੋਂ ਸੀਮਤ ਰੱਖਦੇ ਹਾਂ, ਮੈਂ ਕਹਾਂਗੀ ਕਿ ਜਿਹੜੀ ਮੁਹੱਬਤ ਹੈ ਇਹਦੇ ਅਰਥ ਬਹੁਤ ਵਿਸ਼ਾਲ ਨੇ। ਇਹ ਮੁਹੱਬਤ ਤੁਹਾਡੀ ਸਮਾਜ ਨਾਲ, ਤੁਹਾਡੀ ਕਿੱਤੇ ਨਾਲ, ਤੁਹਾਡੇ ਆਪਣਾ ਭੈਣਾਂ ਭਰਾਵਾਂ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਔਰ ਆਪਣੀ ਧਰਤੀ ਦੇ ਨਾਲ, ਆਪਣੀ ਪੂਰੀ ਦੁਨੀਆ ਦੀ ਮਨੁੱਖਤਾ ਦੇ ਨਾਲ ਹੋ ਸਕਦੀ ਹੈ। ਸੋ ਇਹ ਮੇਰੀ ਜਿਹੜੀ ਮੁਹੱਬਤ ਦੀ ਸ਼ਾਇਰੀ ਹੈ ਉਹਦੇ ਵਿੱਚ ਨਿੱਜ ਤੋਂ ਪਰ ਦੀ ਉਡਾਨ ਲੈਂਦੀ ਹੈ। ਉਹਦੇ ਵਿੱਚ ਮੈਨੂੰ ਸਮਾਜ ਨਾਲ ਪਿਆਰ ਹੈ, ਤਾਂ ਹੀ ਮੈਂ ਸਮਾਜ ਦੀਆਂ ਪ੍ਰੋਬਲਮਸ ਮੈਨੂੰ ਨਜ਼ਰ ਆਉਂਦੀਆਂ ਨੇ। ਉਹ ਮੇਰੀ ਜਿਹੜੀ ਸ਼ਾਇਰੀ ਹੈ ਆਤਮ ਜਗਤ ਤੋਂ ਅਨਾਤਮ ਜਗਤ ਦਾ ਜਿਹੜਾ ਸਫ਼ਰ ਕਰਦੀ ਹੈ, ਔਰ ਪੂਰੇ ਵਿਸ਼ਵ ਵਿਆਪਕ ਜਿਹੜੇ ਵਰਤਾਰਿਆਂ ਨੂੰ ਉਹ ਆਪਣੀ ਸ਼ਾਇਰੀ 'ਚ ਲੈਂਦੀ ਹੈ। ਪਰ ਮੈਂ ਇੰਨਾ ਜ਼ਰੂਰ ਕਹਾਂਗੀ ਕਿ ਜਿੱਥੇ ਮੁਹੱਬਤ ਨਹੀਂ ਉੱਥੇ ਕੁਝ ਵੀ ਨਹੀਂ, ਉਹ ਨਫ਼ਰਤ ਵਿੱਚ ਕੁਝ ਵੀ ਹਾਸਲ ਨਹੀਂ ਹੁੰਦਾ। ਔਰ ਇਹ ਮੁਹੱਬਤ ਹੀ ਹੈ ਕਿ ਤੁਹਾਡੇ ਚਾਹੇ ਉਹ ਘਰ ਪਰਿਵਾਰ 'ਚ ਹੋਵੇ, ਚਾਹੇ ਦੇਸ਼ ਵਿੱਚ ਹੋਵੇ, ਚਾਹੇ ਦੁਨੀਆ ਦੇ ਵਿੱਚ ਹੋਵੇ, ਕਿ ਉਹ ਘਰ ਪਰਿਵਾਰ, ਉਹ ਸਮਾਜ, ਉਹ ਦੇਸ਼ ਹਮੇਸ਼ਾ ਖੁਸ਼ਹਾਲ ਰਹੇਗਾ। ਉੱਥੇ ਅਸੀਂ ਕੋਈ ਵੀ ਮਸਲੇ, ਲੜਾਈ ਝਗੜੇ, ਕਲਾ ਕਲੇਸ਼ ਨਾਲ ਮੈਂ ਸਮਝੇ ਕੋਈ ਹੱਲ ਨਹੀਂ ਹੁੰਦਾ। ਗੱਲਬਾਤ ਨਾਲ, ਪਿਆਰ ਮੁਹੱਬਤ ਨਾਲ ਮਸਲੇ ਹੱਲ ਹੁੰਦੇ ਨੇ। ਇਸ ਲਈ ਮੇਰੀ ਜਿਹੜੀ ਸ਼ਾਇਰੀ ਹੈ ਉਹਦੇ 'ਚ ਪਿਆਰ ਮੁਹੱਬਤ ਵੀ ਹੈ, ਅਮਨ ਚੈਨ ਵੀ ਹੈ, ਮੰਡੀਕਰਨ ਵੀ ਹੈ, ਜਿਹੜਾ ਹੈ ਸਾਡਾ ਵਪਾਰੀਕਰਨ ਵੀ ਹੈ, ਨਸ਼ਿਆਂ ਦਾ ਜੋ ਕਰੋਪ ਚੱਲ ਰਿਹਾ ਉਹ ਵੀ ਹੈ, ਲੜਕੀਆਂ ਦੇ ਬਾਰੇ ਜੋ ਮੈਂ ਲਿਖਿਆ ਹੈ, ਔਰ ਧਰਤੀ ਦਾ ਜਿਹੜਾ ਪਾਣੀ ਹੈ ਉਹਦਾ ਨੀਚੇ ਜਾ ਰਿਹਾ ਉਹ ਵੀ ਲਿਖਿਆ ਹੈ, ਔਰ ਉਹਦੇ ਨਾਲ ਨਾਲ ਵਾਤਾਵਰਨ ਦੀ ਸੰਭਾਲ ਵੀ ਲਿਖੀ ਹੈ। ਉਹ ਰਿਸ਼ਤਿਆਂ 'ਚ ਜੋ ਟੁੱਟ ਭੱਜ ਹੋ ਰਹੀ ਹੈ ਮੈਂ ਉਹਨਾਂ ਬਾਰੇ ਵੀ ਲਿਖਿਆ। ਸੋ ਮੇਰੀ ਜਿਹੜੀ ਸ਼ਾਇਰੀ ਦਾ ਜਿਹੜਾ ਹੈ ਦਾਇਰਾ ਹੈ ਬੜਾ ਵਸੀਹ ਹੈ, ਵਿਸ਼ਾਲ ਹੈ। ਔਰ ਇਸ ਬਾਰੇ ਅਸਤਰ ਸੇਮ ਜੀ ਨੇ ਵੀ ਲਿਖਿਆ ਸੀ ਕਿ ਗੁਰਚਰਨ ਕੌਰ ਕੋਚਰ ਦੀ ਜਿਹੜੀ ਸ਼ਾਇਰੀ ਹੈ ਉਹ ਰੋਮਾਂਟਿਕ ਤੋਂ ਸ਼ੁਰੂ ਹੋ ਕੇ ਮਤਲਬ ਵਿਕਾਸ ਕਰਦੀ ਕਰਦੀ ਉਹ ਸਾਰੇ ਵਿਸ਼ਾ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ। ਔਰ ਲੋੜ ਪਵੇ ਤੇ ਮੈਂ ਬੜੀ ਬੇਬਾਕੀ ਨਾਲ, ਬੜੀ ਦਲੇਰੀ ਨਾਲ, ਨਿਡਰਤਾ ਨਾਲ ਲਿਖਦੀ ਹਾਂ, ਸੱਚ ਦਾ ਪਹਿਰਾ ਦਿੰਦੇ ਹਾਂ। ਅੱਛਾ ਜੀ, ਇਹ ਕਈ ਜਿਹੜੇ ਹੁਣ ਕਵੀ ਨੇ, ਜਿਸ ਤਰ੍ਹਾਂ ਅਗਲਾ
ਪਿੱਛੇ ਲਾ ਲਿਆ ਬੇਦਲ ਜਾਂ ਦਰਦੀ ਜਾਂ ਜ਼ਖਮੀ। ਕਿ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ, ਪਰ ਮੈਂ ਕਹਿੰਦੀ ਹਾਂ ਜ਼ਖਮੀ ਜਾਂ ਪਰੇਸ਼ਾਨ ਇਹੋ ਜਿਹੇ ਤਖੱਲਸ ਨਹੀਂ ਰੱਖਣੇ ਚਾਹੀਦੇ। ਰੱਖੋ ਤਾਂ ਤੁਸੀਂ ਵਧੀਆ ਜਿਹਾ ਤਖੱਲਸ ਰੱਖੋ, ਪਰ ਕਿਉਂਕਿ ਤਖੱਲਸ ਦੀ ਜਦੋਂ ਗੱਲ ਆਈ, ਜਦੋਂ ਮੈਂ ਪੜ੍ਹਾ ਰਹੀ ਸੀ, ਉਦੋਂ ਤੁਹਾਨੂੰ ਮੇਰੀ ਸ਼ੁਰੂਆਤ ਉਦੋਂ ਹੀ ਹੋ ਗਈ। ਤੇ ਸਹਿਜ ਸਭਾਵਾਂ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਮੇਰੇ ਜਿਹੜਾ ਆਰਟੀਕਲ ਜਾਂ ਗੀਤ ਕਵਿਤਾ ਗੁਰਚਰਨ ਕੌਰ ਕੋਚਰ ਨਾਲ ਹੀ ਛਪਦੇ ਨੇ। ਔਰ ਮੈਨੂੰ ਸਰਦਾਰ ਪੰਛੀ ਜੀ ਨੇ ਵੀ ਕਿਹਾ ਕਿ ਤੁਸੀਂ ਆਪਣਾ ਤਕੱਲਸ ਕੋਈ ਨਾਜ਼ ਜਾਂ ਕੋਈ ਇੱਦਾਂ ਰੱਖ ਲਓ। ਮੇਰਾ ਇੱਕ ਹੀ ਜਵਾਬ ਸੀ ਕਿ ਮੈਂ ਹੁਣ ਜੋ ਹੈ ਗੁਰਚਰਨ ਕੌਰ ਕੋਚਰ ਹੈ, ਮੈਂ ਨਵਾਂ ਤਕੱਲਸ ਕੋਈ ਨਹੀਂ ਲਾਵਾਂਗੀ, ਇਹ ਮੇਰੀ ਜਾਤ ਹੈ। ਔਰ ਮੈਂ ਕੋਚਰ ਫੈਮਿਲੀ ਦੇ ਵਿੱਚ ਵਿਆਹ ਕੇ ਆਈ ਹਾਂ। ਉਹਨਾਂ ਨੇ ਮੇਰਾ ਇੰਨਾ ਮਤਲਬ ਬਹੁਤ ਜ਼ਿਆਦਾ ਮੇਰੇ ਲਈ ਕੀਤਾ, ਮੈਨੂੰ ਪੜ੍ਹਾਇਆ ਲਿਖਾਇਆ, ਇੰਨਾ ਕੁਛ ਅੱਜ ਮੈਂ ਲਿਖ ਰਹੀ ਹਾਂ ਤੇ ਉਹਨਾਂ ਦੀ ਬਦੌਲਤ ਹਾਂ। ਤੇ ਉਹ ਜੇ ਕੋਚਰ ਲਾਉਂਦੇ ਨੇ ਤੇ ਮੈਨੂੰ ਕਿਉਂ ਇਤਰਾਜ਼ ਹੋਵੇ। ਅਜੇ ਜਣੀ ਆਪਾਂ ਸਮਝ ਲਈਏ ਵੀ ਜਿਹੜਾ ਕੋਚਰ ਹੈ ਉਹ ਤੁਹਾਡਾ ਗੋਤ ਗੋਤ ਹੈ, ਹੈ। ਗੋਤ ਹੈ ਜੀ, ਹਾਂਜੀ। ਜਿਹੜੀਆਂ ਤੁਹਾਡੀਆਂ ਬੁੱਕਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲੱਗੀਆਂ ਗਈਆਂ, ਉਹ ਕਿਹੜੀ ਕਿਹੜੀ ਬੁੱਕ ਹੈ ਜੀ? ਹਾਂਜੀ, ਕਰੋ ਤੇ ਸਿੱਖੋ ਜਿਹੜੀ ਇਹਨਾਂ 9th ਔਰ 10th ਦੇ ਵਿੱਚ ਕਿਤਾਬ ਲੱਗੀ ਹੋਈ ਹੈ। ਉਹਦੇ ਵਿੱਚ ਇੱਕ ਕਿਤਾਬ ਜਿਹੜੀ ਹੈ ਉਹ ਤੀਜੀ ਤੋਂ ਜਾਨੀ ਐਲੀਮੈਂਟਰੀ ਲਈ ਹੈ। ਉਹਦੇ ਵਿੱਚ 4 ਰਚਨਾਵਾਂ ਜਿਹੜੀਆਂ ਨੇ ਉਹ ਮੇਰੀਆਂ ਨੇ ਤੇ ਉਹ ਵਾਤਾਵਰਣ ਦੀ ਸੰਭਾਲ ਬਾਰੇ ਹੈ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਉਹਦੇ ਨਾਲ ਕਿ ਸਾਨੂੰ ਪੌਸ਼ਟਿਕ ਬੱਚਿਆਂ ਨੂੰ ਖੁਰਾਕ ਖਾਣੀ ਚਾਹੀਦੀ ਹੈ। ਔਰ ਜੈਵਿਕ ਖੇਤੀ ਬਾਰੇ ਜਿਹੜੀ ਹੈ ਉਹਦੇ ਵਿੱਚ ਉਹਦੀ ਗੱਲ ਕੀਤੀ ਹੋਈ ਹੈ। ਇਸ ਤਰ੍ਹਾਂ ਜਿਹੜੀਆਂ ਨੇ ਬੱਚਿਆਂ ਦੇ ਵਾਤਾਵਰਣ ਦੀ ਸੰਭਾਲ ਦੇ ਨਾਲ ਉਹਦੇ ਬਾਰੇ ਸਾਰੀਆਂ ਰਚਨਾਵਾਂ ਨੇ। ਅੱਛਾ ਮੈਡਮ ਜੀ, ਤੁਸੀਂ ਹੁਣ ਸਾਨੂੰ ਨਾ ਇੱਕ ਜਿਹੜੀ ਕੋਈ ਮਿਆਰੀ ਤੁਹਾਡੀ ਕੋਈ ਗਜ਼ਲ ਜਾਂ ਮੈਂ ਤੁਹਾਡੇ ਨਾਲ ਇੱਕ ਗਜ਼ਲ ਸਾਂਝੀ ਕਰਦੀ ਹਾਂ। ਹਾਂ ਜ਼ਰੂਰ ਤੇ ਜੀ, ਜਿਹਦੇ ਵਿੱਚ ਆਪਣਾ ਅਜੋਕੇ ਹਾਲਾਤ ਨੇ ਉਹਨਾਂ ਬਾਰੇ ਵੀ ਹੈ। ਤਾਂ ਮੈਂ ਕਹਿਣਾ ਚਾਹੁੰਦਾ, ਸ਼ੇਰ ਤੁਹਾਡੇ ਨਾਲ ਮਤਲਬ ਪੇਸ਼ ਕਰ ਰਹੀ ਹਾਂ। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਤੋ ਸ਼ੇਰ ਦੇਖਣਾ, ਜਗਾ ਕੇ ਪਿਆਰ ਦਾ ਦੀਵਾ ਇਹਦੇ ਵਿੱਚ ਤਰ ਗਿਆ ਕੋਈ, ਜਗਾ ਕੇ ਪਿਆਰ ਦਾ ਦੀਵਾ ਇਹਦੇ ਵਿੱਚ ਤਰ ਗਿਆ ਕੋਈ, ਮੇਰੇ ਦਿਲ ਦੀ ਗੁਫਾ ਅੰਦਰ ਹੈ ਚਾਨਣ ਕਰ ਗਿਆ ਕੋਈ। ਤੋ ਸ਼ੇਰ ਦੇਖਣਾ ਸਕੀ ਜੀ। ਹਾਂਜੀ। ਜਿਨ੍ਹਾਂ ਕਰ ਏਸੀ ਹੁੰਦੇ ਨੇ ਉਹ ਕੀ ਜਾਣਨ ਉਹਨਾਂ ਬਾਰੇ, ਜਿਨ੍ਹਾਂ ਕਰ ਏਸੀ ਹੁੰਦੇ ਨੇ ਉਹ ਕੀ ਜਾਣਨ ਉਹਨਾਂ ਬਾਰੇ, ਕਿ ਲੂ ਵਿੱਚ ਸੜ ਗਿਆ ਕੋਈ ਤੇ ਠੰਡ ਵਿੱਚ ਮਰ ਗਿਆ ਕੋਈ। ਜਿਨ੍ਹਾਂ ਕਰ ਏਸੀ ਹੁੰਦੇ ਨੇ ਉਹ ਕੀ ਜਾਣਨ ਉਹਨਾਂ ਬਾਰੇ, ਕਿ ਲੂ ਵਿੱਚ ਸੜ ਗਿਆ ਕੋਈ ਤੇ ਠੰਡ ਵਿੱਚ ਠਰ ਗਿਆ ਕੋਈ। ਤੋ ਸ਼ੇਰ ਦੇਖਣਾ। ਹਾਂਜੀ। ਉਹ ਫਿਰ ਬੋਲੇਗਾ ਐ ਹਾਕਮ ਤੇਰੇ ਜ਼ੁਲਮਾਂ ਦੇ ਸਿਰ ਚੜ ਕੇ, ਉਹ ਫਿਰ ਬੋਲੇਗਾ ਐ ਹਾਕਮ ਤੇਰੇ ਜ਼ੁਲਮਾਂ ਦੇ ਸਿਰ ਚੜ ਕੇ, ਜੋ ਅੱਜ ਮਜਬੂਰ ਹੋ ਕੇ ਜ਼ੁਲਮ ਤੇਰਾ ਜਰ ਗਿਆ ਕੋਈ। ਉਹ ਫਿਰ ਬੋਲੇਗਾ ਐ ਹਾਕਮ ਤੇਰੇ ਜ਼ੁਲਮਾਂ ਦੇ ਸਿਰ ਚੜ ਕੇ, ਜੋ ਅੱਜ ਮਜਬੂਰ ਹੋ ਕੇ ਜ਼ੁਲਮ ਤੇਰਾ ਜਰ ਗਿਆ ਕੋਈ। ਤੋ ਸ਼ਰਾਫਤ ਦੀ ਵਜ੍ਹਾ ਕਰਕੇ ਜੇ ਕੋਈ ਚੁੱਪ ਰਹਿੰਦਾ ਹੈ, ਸ਼ਰਾਫਤ ਦੀ ਵਜ੍ਹਾ ਕਰਕੇ ਜੇ ਕੋਈ ਚੁੱਪ ਰਹਿੰਦਾ ਹੈ, ਭੁਲੇਖੇ ਵਿੱਚ ਨਾ ਰਹਿਣਾ ਕਿ ਤੁਹਾਥੋਂ ਡਰ ਗਿਆ ਕੋਈ। ਤੋ ਸ਼ੇਰ ਦੇਖਣਾ, ਮੁਹੱਬਤ ਦਾ ਅਜਬ ਇਹ ਰੂਪ ਉਹਨਾਂ ਆਪ ਤੱਕਿਆ ਸੀ, ਮੁਹੱਬਤ ਦਾ ਅਜਬ ਇਹ ਰੂਪ ਉਹਨਾਂ ਆਪ ਤੱਕਿਆ ਸੀ, ਕਿਸੇ ਨੂੰ ਉਮਰ ਲਈ ਦੇ ਕੇ ਦੁਆਵਾਂ ਮਰ ਗਿਆ ਕੋਈ। ਮੁਹੱਬਤ ਦਾ ਅਜਬ ਇਹ ਰੂਪ ਉਹਨਾਂ ਆਪ ਤੱਕਿਆ ਸੀ, ਕਿਸੇ ਨੂੰ ਉਮਰ ਲਈ ਦੇ ਕੇ ਦੁਆਵਾਂ ਮਰ ਗਿਆ ਕੋਈ। ਤੋ ਮਕਤਾ ਪੇਸ਼ ਕਰ ਰਹੀ ਹਾਂ। ਹਾਂਜੀ। ਨਿਰਾਲੀ ਹੈ ਬੜੀ ਇਹ ਜ਼ਿੰਦਗੀ ਦੀ ਖੇਡ ਵੀ ਕੋਚਰ, ਨਿਰਾਲੀ ਹੈ ਬੜੀ ਇਹ ਜ਼ਿੰਦਗੀ ਦੀ ਖੇਡ ਵੀ ਕੋਚਰ, ਕਿਸੇ ਨੇ ਜਿੱਤਿਆ ਇਸ ਨੂੰ ਤੇ ਇਸ ਤੋਂ ਹਾਰ ਗਿਆ ਕੋਈ, ਕਿਸੇ ਨੇ ਜਿੱਤਿਆ ਇਸ ਨੂੰ ਤੇ ਇਸ ਤੋਂ ਹਾਰ ਗਿਆ ਕੋਈ। ਮੇਰੇ ਵਿੱਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ, ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਵਾਹ ਜੀ ਵਾਹ। ਦੇਖੋ ਤੁਸੀਂ ਇੱਕ ਅੱਛੀ ਬੇਟੀ ਦਾ ਰੋਲ ਅਦਾ ਕੀਤਾ। ਅੱਛਾ, ਅੱਛੇ ਪਤਨੀ ਦਾ ਜਿਹੜਾ ਰੋਲ ਹੈ ਉਹ ਤੁਸੀਂ ਅਦਾ ਕੀਤਾ। ਉਸ ਤੋਂ ਬਾਅਦ ਇੱਕ ਅੱਛੀ ਸੱਸ ਦਾ ਵੀ ਰੋਲ ਅਦਾ ਕਰ ਰਹੇ ਹੋ, ਕਿਉਂਕਿ ਮੈਂ ਤੁਹਾਡੀ ਜਿਹੜੇ ਨੂੰਹ ਹੈਗੀ ਉਹਦੇ ਨਾਲ ਮੈਂ ਗੱਲਬਾਤ ਵੈਸੇ ਵੀ ਕਰਕੇ ਆਇਆ ਵੀ ਕਦੇ ਲੜਾਈ ਪੜ੍ਹਾਈ ਕਹਿੰਦੇ ਨਹੀਂ ਠੀਕ ਹੈ, ਤੇ ਨੂੰਹ ਤੇ ਸੱਸੋ ਬੱਚੇ ਜਿਹੜੇ ਕਿ ਆਪਣੀਆਂ ਬੇਟੀਆਂ ਵਾਂਗੂ ਸਮਝਦੇ ਹੋ।
ਚੰਗਾ ਇੱਕ ਸੱਸ ਦਾ ਰੋਲ ਵੀ ਅਦਾ ਕਰ ਰਹੇ ਹੋ, ਚੰਗੀ ਦਾਦੀ ਦਾ ਰੋਲ ਵੀ ਅਦਾ ਕਰ ਰਹੇ ਹੋ, ਅਤੇ ਇਹਦੇ ਨਾਲ ਜਿਹੜੇ ਹੋਰ ਝਮੇਲੇ ਦੇ ਮੇਰੇ ਵਰਗੇ ਜਿਵੇਂ ਅੱਜ ਇੰਟਰਵਿਊ ਕਰਨ ਆ ਗਏ, ਕੱਲ੍ਹ ਤੁਸੀਂ ਕਿਤੇ ਹੋਰ ਸੀ, ਪਰਸੋਂ ਤੁਸੀਂ ਕਿਸੇ ਹੋਰ ਸੀ, ਇਹ ਸਾਰਾ ਕੁਛ ਜਿਹੜੇ ਹੈਗੇ ਕਿਵੇਂ ਤੁਸੀਂ ਦਾਇਰਾ ਐਡਜਸਟ ਕਰਦੇ ਹੋ ਆਪਣੇ ਆਪ? ਹਾਂਜੀ, ਬਹੁਤ ਵਧੀਆ ਸਵਾਲ ਪੁੱਛਿਆ ਹੈ। ਪਹਿਲੀ ਗੱਲ ਤਾਂ ਸਗੂ ਜੀ ਕਹਿਣਾ ਚਾਹਾਂਗੀ ਕਿ ਜਦੋਂ ਤੋਂ ਐਡਜਸਟਮੈਂਟ ਕੋਈ ਵੀ ਕਰਨੀ ਹੋਵੇ ਮੁਸ਼ਕਿਲ ਨਹੀਂ ਹੁੰਦੀ। ਇਹ ਸਿਰਫ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਸ਼ੈਡਿਊਲ ਕਿੱਦਾਂ ਬਣਾਉਣਾ ਹੈ। ਔਰ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੀਆਂ ਦੋਨੋਂ ਨੂੰਹਾਂ ਬਹੁਤ ਵਧੀਆ ਨੇ ਔਰ ਮੈਨੂੰ ਪੂਰੀ ਤਰ੍ਹਾਂ ਕੋਆਪਰੇਟ ਕਰਦੀਆਂ ਨੇ। ਔਰ ਜਦੋਂ ਲੋੜ ਪੈਂਦੀ ਹੈ ਮੈਂ ਵੀ ਉਹਨਾਂ ਦੇ ਸਹਾਈ ਹੁੰਦੀ ਹਾਂ। ਜਿਵੇਂ ਮੇਰੀ ਵੱਡੀ ਡਾਟਰ ਲਾ ਦੇ 6 ਸਾਲ ਬਾਅਦ 2 ਬੱਚੀਆਂ ਹੋਈਆਂ, ਉਦੋਂ ਬਿਲਕੁਲ ਇਹਨਾਂ ਨੂੰ ਜਿਵੇਂ ਬੈੱਡ ਰੈਸਟ ਦੱਸਿਆ ਜਾਂ ਜੋ ਵੀ ਉਹਦੇ ਮੁਤਾਬਕ ਮੈਂ ਆਪਣੀਆਂ ਥੋੜ੍ਹੀ ਜਿਹਾ ਸਰਗਰਮੀਆਂ ਘਟਾ ਦਿੱਤੀਆਂ। ਔਰ ਲਗਾਤਾਰ ਤਕਰੀਬਨ 3 ਮਹੀਨੇ ਜਿਹੜੇ ਨੇ ਮੈਂ ਆਪਣੇ ਬੱਚਿਆਂ ਦੇ ਨਾਲ ਰਹੀ। ਔਰ ਇੱਕ ਬੱਚੇ ਦੇ ਹਾਰਟ ਵਿੱਚ ਹੋਲ ਸੀ ਤਾਂ ਅਸੀਂ ਦਿੱਲੀ ਵੀ ਰਹੇ, ਉੱਥੇ ਵੀ ਮੈਂ ਆਪਣੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਸ ਤੋਂ ਬਾਅਦ ਮੈਂ ਇੱਕ ਬੱਚੇ ਨੂੰ ਇੱਥੇ ਲੈ ਆਈ ਤਾਂ ਕਿ ਉਹ ਬੱਚੇ ਸਾਡੇ ਕੋਲ ਇੱਥੇ ਰਵੇ, ਦੂਜੀ ਬੱਚੀ ਦਾ ਧਿਆਨ ਹੋ ਸਕੇ ਦਿੱਲੀ। ਤੋ ਇਸ ਤਰ੍ਹਾਂ ਜਿਹੜੀਆਂ ਜ਼ਿੰਮੇਵਾਰੀਆਂ ਮੈਂ ਘਰ ਦੀਆਂ ਵੀ ਨਿਭਾਉਂਦੀਆਂ, ਬਸ ਐਡਜਸਟਮੈਂਟ ਕਰ ਦਿੰਦੀ ਹਾਂ। ਜਿਵੇਂ ਮੈਨੂੰ ਕੋਈ ਇੰਟਰਵਿਊ ਲੈ ਕੇ ਆਉਂਦਾ ਤਾਂ ਮੈਂ ਥੋੜ੍ਹਾ ਜਿਹਾ ਉਹਨਾਂ ਕੋਲ ਗੈਪ ਲੈ ਲੈਂਦੀ ਹਾਂ ਕਿ ਤੁਸੀਂ ਮੈਂ ਇੰਨੇ 'ਚ ਥੋੜ੍ਹਾ ਬਿਜ਼ੀ ਹਾਂ, ਪਰਿਵਾਰਿਕ ਰਿਲੇਸ਼ਨ ਜਿਹੜੇ ਮੇਰੇ ਨੇ ਉਹ ਵੀ ਨਿਭਾਉਣੇ ਨੇ, ਡਿਊਟੀਆਂ ਵੀ ਨਿਭਾਉਣੀਆਂ ਨੇ। ਪਰ ਜਦੋਂ ਮੈਂ ਮਤਲਬ ਸਾਰਾ ਕੁਝ ਸਭ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਿਹਾ, ਇਸ ਕਰਕੇ ਹੁਣ ਮੇਰੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਨੇ। ਪੰਜਾਬੀ ਸਾਹਿਤ ਅਕੈਡਮੀ ਦੀ ਮੈਂ ਸਕੱਤਰ ਬਣੀ ਹੋਈ ਹਾਂ ਔਰ ਹਫ਼ਤੇ 'ਚ 3 ਦਿਨ ਜਾਣਾ ਪੈਂਦਾ। ਪਰ ਜਦੋਂ ਮੈਨੂੰ ਮਜਬੂਰੀ ਹੋਵੇ ਮੈਂ ਉੱਥੋਂ ਵੀ ਕਹਿ ਦਿੰਦੀ ਹਾਂ ਮੈਂ ਅੱਜ ਨਹੀਂ ਆ ਰਹੀ, ਕਿਉਂਕਿ ਮੇਰੀ ਆਨਰੇਰੀ ਡਿਊਟੀ ਹੈ ਅਤੇ ਮੈਂ ਆਪਣਾ ਜਾਣਾ ਕੋਈ ਜ਼ਰੂਰੀ ਨਹੀਂ ਹੁੰਦਾ। ਪਰ ਫਿਰ ਵੀ ਜਿਹੜਾ ਕੋਈ ਕੰਮ ਉੱਥੇ ਰਹਿ ਜਾਏ ਮੈਂ ਜਾ ਕੇ ਕਰਵਾ ਦਿੰਦੀ ਹਾਂ ਜਦੋਂ ਵੀ। ਸੋ ਮੈਂ ਸੋਚਦੀ ਹਾਂ ਕਿ ਜਦੋਂ ਤੁਸੀਂ ਚਾਹੋ ਨਾ ਕੋਈ ਕੰਮ ਉਹ ਹੋ ਹੀ ਜਾਂਦਾ। ਮਨ ਦੇ ਵਿੱਚ ਤੁਹਾਡਾ ਜਿਹੜਾ ਪੂਰਾ ਇਰਾਦਾ ਹੋਣਾ ਚਾਹੀਦਾ ਕਿ ਜਸ ਅਸੀਂ ਇਹ ਕੰਮ ਕਰਨਾ ਹੀ ਕਰਨਾ। ਅੱਛਾ, ਤੁਸੀਂ ਪੰਜਾਬੀ ਸਾਹਿਤ ਦੀ ਗੱਲ ਕੀਤੀ ਜੀ। ਮੈਂ ਕਹਿੰਦਾ ਵੀ ਜਿਹੜੇ ਅੱਜ ਕੱਲ੍ਹ ਦੇ ਸਾਹਿਤਕਾਰ ਨੇ, ਹਾਂਜੀ, ਇੱਕ ਸਵਾਲ ਹੈ, ਅੱਜ ਕੱਲ੍ਹ ਦੇ ਸਾਹਿਤਕਾਰ ਨੇ ਜਿਵੇਂ ਪੰਜਾਬੀ ਸਾਹਿਤ ਅਕੈਡਮੀ ਹੈ ਜਾਂ ਇਹ ਵੱਖਰੇ ਹੋਰ ਸਾਹਿਤ ਸਭਾਵਾਂ ਕਿਉਂ ਬਣੀਆਂ ਹੋਈਆਂ ਨੇ ਜੀ? ਵੀ ਇਹ ਪੰਜਾਬੀ ਦੀ ਜਦੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨੀ ਆ, ਇੱਕ ਪਲੇਟਫਾਰਮ 'ਤੇ ਕਿਉਂ ਨਹੀਂ ਇਕੱਠੇ ਹੁੰਦੇ? ਨਹੀਂ ਜੀ, ਇਹ ਤਾਂ ਦੇਖੋ ਆਪਾਂ ਮਾਫ਼ ਕਰਨਾ ਕਿ ਘਰ ਦੇ ਵਿੱਚ ਵੀ ਆਪਾਂ ਕਈ ਪਰਿਵਾਰ ਵਾਲੇ ਮੈਂਬਰ ਹੁੰਦੇ ਹਾਂ, ਸਾਡੇ ਸੁਭਾਅ ਸਾਡੀ ਨਹੀਂ ਸੋਚ ਮਿਲ ਰਹੀ ਹੁੰਦੀ। ਤਾਂ ਇਸ ਤਰ੍ਹਾਂ ਪੰਜਾਬੀ ਸਹਿ ਸਭਾਵਾਂ ਜੇਕਰ ਬਣ ਵੀ ਰਹੀਆਂ ਨੇ, ਪਰ ਮੈਂ ਕਹਿੰਦੀ ਜੇ ਇੱਕ ਥਾਂ 'ਤੇ ਪਲੇਟਫਾਰਮ 'ਤੇ ਹੋ ਜਾਏ ਤਾਂ ਤੁਹਾਡਾ ਆਉਣ ਜਾਣ ਦਾ ਵੀ, ਕਿਉਂਕਿ ਪਿੰਡ ਵਾਲੇ ਸ਼ਹਿਰ ਨਹੀਂ ਆ ਸਕਣਗੇ, ਸ਼ਹਿਰ ਵਾਲੇ ਪਿੰਡਾਂ 'ਚ ਨਹੀਂ ਜਾ ਸਕਣਗੇ। ਮੈਂ ਤਾਂ ਸਗੋਂ ਇਹ ਚਾਹੁੰਦੀ ਹਾਂ ਕਿ ਹਰ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਵੇ, ਹਰ ਪਿੰਡ ਵਿੱਚ ਸਾਜ ਸਭਾ ਹੋਵੇ। ਤੋ ਜਦੋਂ ਸਾਡੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਤਾਂ ਸਾਰੇ ਇਕੱਠੇ ਵੀ ਹੋ ਜਾਂਦੇ ਹਾਂ, ਅਸੀਂ ਇਜਲਾਸ ਹੁੰਦਾ ਵਾ, ਹੋਰ ਵੀ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਕਈ ਸਾਜ ਸਭਾਵਾਂ ਇਕੱਠੀਆਂ ਕਰ ਲੈਂਦੇ ਨੇ ਪ੍ਰੋਗਰਾਮ। ਤੋ ਮੈਂ ਸੋਚਦੀ ਹਾਂ ਕਿ ਇਹ ਵੱਖ-ਵੱਖ ਹੋਣਾ ਕੋਈ ਬੁਰਾਈ ਨਹੀਂ ਹੈ। ਅਸੀਂ ਇਹ ਸੋਚਦੇ ਹਾਂ ਕਿ ਵੱਖ-ਵੱਖ ਥਾਵਾਂ 'ਤੇ ਰਹਿ ਕੇ ਸਾਡਾ ਮੇਨ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਔਰ ਵੱਖ-ਵੱਖ ਜਿੰਨੀਆਂ ਵੀ ਕਲਾਵਾਂ ਨੇ ਉਹਨਾਂ ਨੂੰ ਪ੍ਰਫੁੱਲਤ ਕਰਨਾ। ਹੁਣ ਨਾਟਕਕਾਰ ਆਪਣੇ ਨਾਟਕ ਕਰਵਾ ਰਹੇ ਨੇ, ਹੈ ਨਾ, ਅਤੇ ਜਿਹੜੇ ਆਪਣਾ ਕਵੀ ਜਿਹੜੇ ਨੇ ਉਹ ਆਪਣੇ ਪ੍ਰੋਗਰਾਮ ਕਰਾਉਂਦੇ ਨੇ, ਮਿੰਨੀ ਕਹਾਣੀਆਂ ਵਾਲੇ ਆਪਣੇ ਪ੍ਰੋਗਰਾਮ ਕਰਵਾ ਰਹੇ ਨੇ। ਜਦੋਂ ਇੱਕ ਮਿਲਗੋਭਾ ਜਿਹਾ ਹੋ ਜਾਊਗਾ ਤਾਂ ਉਹ ਵੀ ਮੁਸ਼ਕਿਲ ਹੋ ਜਾਂਦਾ। ਸੋ ਮੇਰੇ ਖਿਆਲ 'ਚ ਸਹਿ ਸਭਾਵਾਂ ਦਾ ਇਸ ਤਰ੍ਹਾਂ ਹਾਂ ਏਕਤਾ ਹੋਣੀ ਚਾਹੀਦੀ ਹੈ ਸਾਰਿਆਂ ਦੇ ਵਿੱਚ ਕਿ ਆਪਾਂ ਮਿਲ ਜੁਲ ਕੇ ਇਕੱਠੇ ਰਹੀਏ, ਇਕੱਠੇ ਪ੍ਰੋਗਰਾਮ ਕਰੀਏ। ਜੇਕਰ ਅਸੀਂ ਕੋਈ ਧਰਨਾ ਦੇਣਾ ਹੈ ਤਾਂ ਇਕੱਠੇ ਦੇਈਏ, ਕੋਈ ਰੈਲੀ ਕਰਨੀ ਹੈ ਤਾਂ ਇਕੱਠੇ ਕਰੀਏ, ਸਰਕਾਰ ਵਿਰੁੱਧ ਕੋਈ ਆਵਾਜ਼ ਉਠਾਉਣੀ ਹੈ ਤਾਂ ਅਸੀਂ ਇਕੱਠੇ ਆਵਾਈਏ, ਤਾਂ ਕਿ ਉਹਦੇ ਵਿੱਚ ਸਾਡੇ ਵਿੱਚ ਜਿਹੜਾ ਵਖਰੇਵਾਂ ਨਾ ਹੋਵੇ, ਉਹਦੇ 'ਚ ਸਾਡੀ ਏਕਤਾ ਹੋਣੀ ਚਾਹੀਦੀ ਹੈ। ਪਰ ਜਦੋਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ ਤਾਂ ਮੈਂ ਸੋਚਦੀ ਹਾਂ ਜਿੱਥੇ ਜਿੱਥੇ ਕੋਈ ਰਹਿ ਰਿਹਾ, ਈਵਨ ਘਰ ਵਿੱਚ ਵੀ ਰਹਿ ਰਿਹਾ, ਤੇ ਘਰ ਵਿੱਚ ਹੀ ਆਪਣੀ ਲਾਇਬ੍ਰੇਰੀ ਹੋਵੇ, ਬੱਚਿਆਂ ਨੂੰ ਤੁਸੀਂ ਪੜ੍ਹਾਓ, ਪੰਜਾਬੀ ਬੋਲਣ ਲਈ ਪ੍ਰੇਰੋ। ਤੋਂ ਹੁਣ ਤੱਕ ਤੁਸੀਂ ਕਿੰਨੀਆਂ ਬੁੱਕਾਂ ਜਿਹੜੀ ਗਜ਼ਲਾਂ ਦੀਆਂ, ਕਵਿਤਾਵਾਂ ਦੀਆਂ ਤੁਸੀਂ ਸਰੋਤਿਆਂ ਦੀ ਝੋਲੀ ਵਿੱਚ ਪਾ ਚੁੱਕੇ ਹੋ? ਹਾਂਜੀ, ਹੁਣ ਤੱਕ ਮੇਰੀਆਂ 15 ਕਿਤਾਬਾਂ ਆ ਚੁੱਕੀਆਂ ਨੇ, ਜਿਹਦੇ ਵਿੱਚ 6 ਤਾਂ ਮੇਰੇ ਗਜ਼ਲ ਸੰਗ੍ਰਹਿ ਨੇ। ਉਸ ਤੋਂ ਇਲਾਵਾ ਮੈਂ ਸੰਪਾਦਿਤ ਵੀ ਕੀਤੀਆਂ ਨੇ ਕਿਤਾਬਾਂ ਅਤੇ ਅਨੁਵਾਦ ਵੀ ਕੀਤੀਆਂ ਨੇ। ਇਸ ਤਰ੍ਹਾਂ ਟੋਟਲ ਜਿਹੜੀਆਂ ਨੇ ਕਿਤਾਬਾਂ ਮੇਰੀਆਂ 15 ਆ ਚੁੱਕੀਆਂ ਨੇ। ਉਹਦੇ 'ਚ ਸਾਡੇ ਜਿਹੜੀਆਂ ਵੱਖ-ਵੱਖ ਸੂਬਿਆਂ ਦੇ ਲੋਰੀਆਂ ਦੀ ਵੀ ਕਿਤਾਬ ਹੈਗੀ, ਹੈ ਨਾ, ਅਤੇ ਉਸ ਦੇ ਵਿੱਚ ਮੇਰੀ ਉਰਦੂ ਦੇ ਵਿੱਚ ਜਿਹੜੀਆਂ ਕਿਤਾਬਾਂ ਆਪਣਾ ਆਸਿਫ ਰਜ਼ਾ ਜੀ ਨੇ ਕੀਤੀ, ਉਹਦੇ ਵਿੱਚ ਉਰਦੂ ਦੇ ਵਿੱਚ ਸ਼ਾਹਮੁਖੀ ਦੇ ਵਿੱਚ, ਉਹ ਵੀ ਮੇਰੀ ਕਿਤਾਬ ਹੈਗੀ ਹੈ। 15 ਪੁਸਤਕਾਂ ਜਿਹੜੀਆਂ ਹੁਣ ਤੱਕ ਮੈਡਮ ਗੁਰਚਰਨ ਕੌਰ ਕੋਚਰ ਜੀ ਸਰੋਤਿਆਂ ਦੀ ਝੋਲੀ ਦੇ ਵਿੱਚ ਪਾ ਚੁੱਕੀਆਂ। ਸਾਹਿਤਕਾਰ ਅਤੇ ਇਸ ਦੇ ਨਾਲ ਨਾਲ ਸੋਸ਼ਲ ਵਰਕਰ ਅਤੇ ਖੂਨਦਾਨ ਜਿਹੜਾ ਇਹਨਾਂ ਨੇ ਕੀਤਾ, ਅਤੇ ਹੋਰ ਸਿੱਖਿਆ ਦੇ ਆਧਾਰ ਦੇ ਉੱਪਰ ਜਿਹੜੇ ਕਹਿਣ ਦਾ ਭਾਵ ਵੀ ਇਹਨਾਂ ਨੂੰ ਸਟੇਟ ਅਵਾਰਡ ਮਿਲਿਆ। ਜੇਕਰ ਹੁਣ ਆਪਾਂ ਨੈਸ਼ਨਲ ਅਵਾਰਡ ਦੀ ਗੱਲ ਕਰੀਏ ਤਾਂ ਨੈਸ਼ਨਲ ਅਵਾਰਡ ਬਾਰੇ ਦੱਸੋ ਜੀ।
ਹਾਂ, ਨੈਸ਼ਨਲ ਅਵਾਰਡ ਵੀ ਜਦੋਂ ਮੈਨੂੰ ਸਟੇਟ ਅਵਾਰਡ ਮਿਲਿਆ ਤਾਂ ਉਦੋਂ ਵੀ ਸਾਰੇ ਇਹ ਕਹਿੰਦੇ ਸੀ ਜੋ ਤੁਹਾਡਾ ਕੰਮ ਹੋਇਆ ਹੈ ਵੀ ਇਹ ਤੇ ਨੈਸ਼ਨਲ ਅਵਾਰਡ ਦੇ ਹੱਕਦਾਰ ਹੋ ਤੁਸੀਂ। ਤੇ ਉਹਨਾਂ ਨੇ ਡੀਓ ਮੈਡਮ ਨੇ ਖੁਦ ਮੇਰਾ ਜਿਹੜਾ ਕੇਸ ਸੀਗਾ ਉਹ ਨੈਸ਼ਨਲ ਅਵਾਰਡ ਲਈ ਭੇਜਿਆ ਗਿਆ ਮੇਰਾ। ਔਰ ਉਹਦੇ ਵਿੱਚ ਵੀ ਉਦੋਂ ਤੱਕ ਮੇਰੀਆਂ ਕਿਤਾਬ ਵੀ ਆ ਚੁੱਕੀ ਸੀ, ਆਪਣਾ ਅਹਿਸਾਸ ਦੀ ਖੁਸ਼ਬੂ ਵੀ ਆ ਚੁੱਕੀ ਸੀ, ਔਰ ਦੂਜੀ ਜਿਹੜੀ ਮੇਰੀ ਕਿਤਾਬ ਜਿਹੜੀ ਛਪਾਈ ਦੇ ਅਧੀਨ ਸੀ, ਅਹਿਸਾਸ ਦਾ ਸਫ਼ਰ। ਤੋ ਉਹ ਜਦੋਂ ਸਕੂਲ ਦੇ ਵਿੱਚ ਉਦੋਂ ਫਿਰ ਜਦੋਂ ਆਏ ਉਦੋਂ ਮੇਰੇ ਗੱਲਾਂ ਤੇ ਗੀਤ ਵਿੱਚ ਲਗਾਤਾਰ ਦੂਰਦਰਸ਼ਨ ਤੇ ਜਾਣਾ, ਆਪਣਾ ਆਕਾਸ਼ਵਾਣੀ ਰੇਡੀਓ ਜਲੰਧਰ ਤੇ ਮੈਂ ਬਹੁਤ ਵਾਰੀ ਗਈ, ਔਰ ਇਸੇ ਤਰ੍ਹਾਂ ਮੇਰਾ ਕੰਮ ਬਹੁਤ ਜ਼ਿਆਦਾ ਹੋਰ ਵਿਸਤਾਰ ਹੋ ਗਿਆ। ਨਹੀਂ, ਰੇਡੀਓ ਜਲੰਧਰ ਤੇ ਤੁਸੀਂ ਕੀ ਕਰਦੇ ਰਹੇ? ਉਹਦੇ ਜਾ ਕੇ ਮੈਂ ਆਪਣਾ ਬਾਰ-ਬਾਰ ਮੈਨੂੰ ਉਹਨਾਂ ਨੇ ਐਜ਼ ਏ ਵਿਸ਼ਾ ਮਾਹਿਰ ਮੈਂ ਬਹੁਤ ਜ਼ਿਆਦਾ ਟਾਕਸ ਦਿੱਤੀਆਂ ਉੱਥੇ, ਤੇ ਗੱਲਾਂ ਤੇ ਗੀਤ ਵਿੱਚ ਵੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਹੋਏ। ਅੱਛਾ, ਜਲੰਧਰ ਦੂਰਦਰਸ਼ਨ ਤੇ ਤੁਸੀਂ ਕੀ ਕਰਦੇ ਜੀ? ਹਾਂਜੀ, ਜਲੰਧਰ ਦੂਰਦਰਸ਼ਨ ਦੇ ਨਾਲ ਮੈਂ ਤਕਰੀਬਨ 1999 ਤੋਂ ਜੁੜੀ ਹੋਈ ਹਾਂ। ਔਰ ਪਹਿਲਾਂ ਮੈਂ ਬੱਚਿਆਂ ਨੂੰ ਲੈ ਕੇ ਜਾਂਦੀ ਸੀ ਉੱਥੇ, ਔਰ ਉਸ ਤੋਂ ਬਾਅਦ ਮੈਂ ਖੁਦ ਆਪਣੇ ਜਿਹੜੇ ਜਦੋਂ ਮੈਨੂੰ ਸਟੇਟ ਅਵਾਰਡ ਮਿਲ ਗਿਆ ਤਾਂ ਪਰਸਨੈਲਿਟੀ ਆਫ ਦਾ ਵੀਕ ਵਿੱਚ ਮੈਨੂੰ ਲਿਆ ਗਿਆ। ਉਸ ਤੋਂ ਬਾਅਦ ਲਗਾਤਾਰ ਸਬਜੈਕਟ ਐਕਸਪਰਟ ਜਿਹੜੇ ਨੇ ਮੈਂ ਉਹ ਗੱਲਾਂ ਤੇ ਗੀਤ ਸਵੇਰ ਦਾ ਪ੍ਰੋਗਰਾਮ ਹੁੰਦਾ ਸੀ, ਅੱਜ ਦਾ ਮਸਲਾ ਪ੍ਰੋਗਰਾਮ ਤੇ ਮੈਂ ਗਈ, ਲੋਕ ਮੰਚ ਵਿੱਚ ਗਈ, ਮੈਂ ਇਸਤਰੀ ਦਾ ਜਿਹੜੇ ਹੁੰਦਾ ਸੀ ਇਸਤਰੀ ਦਾ ਲੋਕ ਔਰਤਾਂ ਲਈ ਹੁੰਦਾ ਸੀ, ਮੈਨੂੰ ਉਹਦੇ ਵਿੱਚ ਵੀ ਬੁਲਾਉਂਦੇ ਸੀਗੇ, ਕਵੀ ਦਰਬਾਰਾਂ ਵਿੱਚ ਵੀ ਮੈਂ ਜਾਣ ਲੱਗ ਗਈ। ਇਸ ਤਰ੍ਹਾਂ ਲਗਭਗ ਤੁਸੀਂ ਜੇਕਰ ਮੈਂ ਜਲੰਧਰ ਰੇਡੀਓ ਔਰ ਟੀਵੀ ਦੋਨਾਂ ਦੀ ਗੱਲ ਕਰਾਂ 8 ਦਰਜਨ ਤੋਂ ਵੱਧ ਮੈਂ ਜਿਹੜੇ ਨੇ ਉਹ ਪ੍ਰੋਗਰਾਮ ਦਿੱਤੇ, ਔਰ ਬੋਧ ਕਥਾ ਵਿੱਚ ਮੈਂ ਆਪਣੀਆਂ ਕਹਾਣੀਆਂ ਵੀ ਸੁਣਾਉਂਦੀ ਰਹੀ। ਮੈਂ ਸਗੋਂ ਜੀ ਦੱਸਣਾ ਚਾਹਾਂਗੀ ਕਿ ਮੇਰੀਆਂ ਕਹਾਣੀਆਂ ਵੀ ਮੈਂ ਲਿਖਦੀ ਹਾਂ, ਮੈਂ ਨਾਟਕ ਵੀ ਲਿਖੇ ਨੇ, ਔਰ ਨਾਟਕ ਜਿਹੜੇ ਨੇ ਵਿਚਾਰੀ ਰਜਨੀ ਔਰ ਧਰਤੀ ਮਾਂ ਦੀ ਪੁਕਾਰ, ਉਹ ਦੋਨੋਂ ਹੀ ਪ੍ਰਦੂਸ਼ਣ ਤੇ ਸੀ, ਉਹਨੂੰ 100 ਵਾਰੀ ਤੋਂ ਵੱਧ ਜਿਹੜਾ ਵਾ ਉਹ ਖੇਲੇ ਗਏ ਨੇ ਨਾਟਕ ਇਪਟਾ ਵੱਲੋਂ। ਵਾਹ ਜੀ ਵਾਹ। ਹਾਂਜੀ, ਤੋ ਇਸ ਦਾ ਜਿਹੜੀ ਹੈਗੀ ਜਦੋਂ ਮੇਰਾ ਇੰਨਾ ਜ਼ਿਆਦਾ ਕੰਮ ਵਿਸਤਾਰ ਵਿੱਚ ਹੋ ਗਿਆ ਕਿ ਆਪਣਾ ਫਿਰ ਉਸ ਲਈ ਨੈਸ਼ਨਲ ਅਵਾਰਡ ਲਈ ਜਦੋਂ ਮੇਰਾ ਕੇਸ ਗਿਆ ਤਾਂ ਉਹ ਰਿਕਮੈਂਡ ਹੋ ਕੇ ਆ ਗਿਆ। ਉਹ ਰਿਕਮੈਂਡ ਹੋਣ ਤੋਂ ਬਾਅਦ ਜਦੋਂ ਮੈਂ ਉੱਥੇ ਗਈ ਤਾਂ ਆਪਣਾ ਕਿਤਾਬਾਂ ਮੈਂ ਨਾਲ ਲੈ ਕੇ ਗਈ ਸੀਗੀ ਆਪਣੀ ਅਹਿਸਾਸ ਦੀ ਖੁਸ਼ਬੂ। ਪਹਿਲਾਂ ਤਾਂ ਜਦੋਂ ਸਾਨੂੰ 4 ਤਰੀਕ ਨੂੰ ਸਾਡੀ ਜਿਹੜੀ ਸ਼ਾਮ ਦੀ ਚਾਹ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਨਾਲ ਸੀ। ਤੁਹਾਨੂੰ ਪਤਾ ਹੀ ਹੈ ਕਿ ਉਹ ਵੀ ਇੱਕ ਸ਼ਾਇਰ ਸਨ। ਹਾਂਜੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਲਈ ਕਿਤਾਬ ਲੈ ਕੇ ਆਈ ਸੀ, ਪਰ ਸਿਕਿਉਰਿਟੀ ਵਾਲਿਆਂ ਨੇ ਆਉਣ ਨਹੀਂ ਦਿੱਤੀ। ਤਾਂ ਉਹਨਾਂ ਨੇ ਮੈਨੂੰ ਫਿਰ ਕਿਹਾ ਕਿ ਤੁਸੀਂ ਇੱਦਾਂ ਹੀ ਗਜ਼ਲਾਂ ਦੇ ਸ਼ੇਅਰ ਸੁਣਾ ਦਿਓ। ਸਗੋਂ ਜੀ ਜਦੋਂ ਮੈਂ ਉਹਨਾਂ ਨੂੰ ਸ਼ੇਅਰ ਸੁਣਾਏ 6 ਸ਼ੇਅਰਾਂ ਦਾ ਤਾਂ ਉਹਨਾਂ ਨੇ ਹਿੰਦੀ ਧੰਨਵਾਦ ਕਰ ਦਿੱਤਾ, ਜਦ ਕਿ ਮੈਂ 12 ਸੁਣਾਏ ਸੀ, ਔਰ ਉਹ ਮੇਰੀ ਬਹੁਤ ਖੁਸ਼ੀ ਦਾ ਮੁਕਾਮ ਸੀਗਾ। ਤੇ ਇਸੇ ਤਰ੍ਹਾਂ ਉਹਨਾਂ ਦੇ 5 ਤਰੀਕ ਨੂੰ ਜਦੋਂ ਡਾਕਟਰ APJ ਅਬਦੁਲ ਕਲਾਮ ਜੀ ਕੋਲੋਂ ਮੈਨੂੰ ਰਾਸ਼ਟਰਪਤੀ ਅਵਾਰਡ ਮਿਲ ਗਿਆ, ਉਹਨਾਂ ਕੋਲੋਂ ਨੈਸ਼ਨਲ ਅਵਾਰਡ, ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਖਾਣਾ ਸੀ ਤੇ ਉਹਨਾਂ ਨਾਲ ਵੀ 4 ਵਟਾਂਦਰਾ ਹੋਇਆ। ਸੋ ਇੱਕ ਮੇਰੇ ਇੱਕ ਖੂਬਸੂਰਤ ਪਲ ਨੇ ਕਿ ਮੈਂ ਐਡੀ ਵੱਡੀ ਮਹਾਨ ਹਸਤੀ ਤੋਂ ਮੈਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਿਆ, ਔਰ ਆਪਣਾ ਜਿਹੜਾ ਮੈਨੂੰ ਪ੍ਰਧਾਨ ਮੰਤਰੀ ਦੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਸੋ ਇਹ ਜਿਹੜੇ ਨੇ ਮਤਲਬ ਬਹੁਤ ਹੀ ਜ਼ਿੰਦਗੀ ਦੇ ਮੇਰੇ ਬਹੁਤ ਸੁਨਹਿਰੀ ਪਲ ਵੀ ਨੇ ਜਿਹੜੇ ਇਸ ਅਵਾਰਡ ਨੇ ਮੈਨੂੰ ਦਿੱਤੇ, ਨੈਸ਼ਨਲ। ਵੈਸੇ ਤਾਂ ਮੈਡਮ ਜੀ ਮੈਨੂੰ ਪਤਾ ਲੱਗਿਆ ਵੀ ਦੇਖੋ ਸਟੇਟ ਅਵਾਰਡ ਵੀ ਮਿਲ ਗਿਆ, ਹੋਰ ਹਜ਼ਾਰਾਂ ਅਵਾਰਡ ਮਿਲ ਗਏ, ਅਣਗਿਣਤ ਜਿਹੜੇ ਅਵਾਰਡ ਤੁਹਾਨੂੰ ਮਿਲੇ ਹੈਗੇ, ਨੈਸ਼ਨਲ ਅਵਾਰਡ ਵੀ ਮਿਲ ਗਿਆ। ਪਰ ਜਦ ਤੁਸੀਂ ਕੱਲ੍ਹ ਮੰਚ ਦੇ ਉੱਪਰ ਜਲੰਧਰ ਦੇ ਮੰਚ ਦੇ ਉੱਪਰ ਤੁਸੀਂ ਬੈਠੇ ਸੀ, ਕੇਵਲ ਬਿੱਗ ਦਾ ਅਵਾਰਡ ਤੁਹਾਨੂੰ ਦਿੱਤਾ ਗਿਆ ਤੇ ਤੁਹਾਡੀਆਂ ਗਜ਼ਲਾਂ ਗਾਈਆਂ ਗਈਆਂ ਤੇ ਗਾਇਕ ਗਾ ਰਹੇ ਸੀ ਤੁਹਾਡੀਆਂ ਗਜ਼ਲਾਂ, ਉਦੋਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਸੀ? ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਸਾਹਿਤ ਦੇ ਖੇਤਰ 'ਚ ਭਾਵੇਂ ਮੈਨੂੰ ਬਹੁਤ ਸਾਰੇ ਅਵਾਰਡ ਮਿਲ ਚੁੱਕੇ ਨੇ, ਆਪਣਾ ਜਿੰਨੇ ਵੀ ਗਜ਼ਲ ਗੋ ਹੋਏ ਨੇ ਉਹਨਾਂ ਦੇ ਨਾਮ ਤੇ ਵੀ ਮਿਲ ਚੁੱਕੇ ਨੇ, ਔਰ ਅੰਮ੍ਰਿਤਾ ਪ੍ਰੀਤਮ ਦਾ, ਬਾਬਾ ਬਲਵੰਤ ਜੀ ਦਾ, ਸਾਧੂ ਸਿੰਘ ਹਮਦਰਦ ਜੀ ਦਾ, ਸੁਰਿੰਦਰ ਸਿੰਘ ਕੋਮਲ ਜੀ ਦਾ, ਡਾਕਟਰ ਰਣਜੀਤ ਸਿੰਘ ਚੰਦ ਜੀ ਦਾ, ਔਰ ਬਹੁਤ ਸਾਰੇ ਅਵਾਰਡ ਮਿਲੇ ਨੇ। ਮੈਨੂੰ ਇੱਥੇ ਢੁੱਡਕੇ ਟਰਸਟ ਜਸਵੰਤ ਕਮਲ ਜੀ ਵੱਲੋਂ ਚਲਾਇਆ ਗਿਆ ਤਾਂ ਉਹ ਵੀ ਮੈਨੂੰ ਅਵਾਰਡ ਮਿਲ ਚੁੱਕਿਆ ਹੈ। ਇੱਕ ਅਵਾਰਡ ਬਹੁਤ ਮਿਲ ਚੁੱਕੇ, ਪਰ ਕੱਲ੍ਹ ਦਾ ਅਵਾਰਡ ਵੀ ਮੇਰੇ ਲਈ ਖਾਸ ਇਸ ਤਰ੍ਹਾਂ ਹੋਇਆ, ਮੈਨੂੰ ਉੱਦਾਂ ਹੀ ਲੱਗ ਰਿਹਾ ਸੀ ਕਿ ਜਿਵੇਂ ਮੈਂ ਰਾਸ਼ਟਰਪਤੀ ਅਵਾਰਡ ਲਿਆ। ਜਦੋਂ ਮੈਂ ਵਿਗਿਆਨ ਭਵਨ 'ਚ ਗਈ, ਉੱਥੋਂ ਦਾ ਮਾਹੌਲ ਦੇਖਿਆ, ਉੱਥੋਂ ਦਾ ਉਸ ਇਨਸਾਨ ਤੋਂ ਮਿਲਿਆ ਜਿਹੜੇ ਕਿ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਸਨ, ਡਾਕਟਰ APJ ਅਬਦੁਲ ਕਲਾਮ ਜੀ। ਤੇ ਕੱਲ ਜਿਹੜੇ ਨਾਮ ਤੇ ਮਿਲਿਆ ਕੇਵਲ ਵਿਗ ਜੀ ਦੇ, ਸੋ ਕੇਵਲ ਵਿਗ ਜੀ ਵੀ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਰਹੇ ਨੇ। ਉਹ ਬਹੁਤ ਵਧੀਆ, ਜਿੱਥੇ ਪੱਤਰਕਾਰੀ ਉਹਨਾਂ ਨੇ ਕੀਤੀ, ਸਾਹਿਤਕਾਰੀ ਕੀਤੀ, ਔਰ ਆਪਣਾ ਉਹਦੇ ਨਾਲ ਨਾਲ ਉਹਨਾਂ ਨੇ ਬੜੇ ਉੱਘੇ ਸਮਾਜ ਸੇਵਕ ਵੀ ਰਹੇ। ਔਰ ਉਹਨਾਂ ਨੇ ਜਦੋਂ ਪੰਜਾਬੀਅਤ ਔਰ ਪੰਜਾਬੀ ਨੂੰ ਉਹਨਾਂ ਨੇ ਅੰਤਾਂ ਦਾ ਪਿਆਰ ਕੀਤਾ। ਔਰ ਜਦੋਂ ਇਹ ਹੋ ਰਿਹਾ ਸੀ ਕਿ ਸਰਦਾਰ ਲਛਮਣ ਸਿੰਘ ਗਿੱਲ ਜੀ ਦੀ ਸਰਕਾਰ ਆਈ ਤਾਂ ਉਹਨਾਂ ਨੇ ਜਿਹੜਾ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਲਈ ਵੀ ਬਹੁਤ ਹੀ ਪੁਰਜ਼ੋਰ ਸ਼ਬਦਾਂ 'ਚ ਬੇਨਤੀ ਵੀ ਕੀਤੀ, ਉਹਨਾਂ ਤੇ ਦਬਾਅ ਵੀ ਪਾਇਆ ਗਿਆ ਤੇ ਇਸ ਕਰਕੇ ਉਹ ਸਫਲ ਵੀ ਹੋਏ।
ਤੇ ਇਹ ਜਦੋਂ ਸਾਡੀ ਪੰਜਾਬੀ ਜਿਹੜੀ ਹੈ ਉਹ ਦਫ਼ਤਰਾਂ ਦੇ ਵਿੱਚ ਉਸ ਵੇਲੇ ਸਾਰਾ ਕੰਮਕਾਜ ਜਿਹੜਾ ਸੀ ਪੰਜਾਬੀ ਭਾਸ਼ਾ 'ਚ ਹੋਣ ਲੱਗ ਪਿਆ ਸੀ। ਸੋ ਇੱਕ ਮਹਾਨ ਸ਼ਖਸੀਅਤ ਦੇ ਨਾਮ ਤੇ ਮਿਲਣਾ। ਦੂਜਾ ਜਿਹੜੇ ਉੱਥੇ ਦੇਣ ਵਾਲੇ ਅਵਾਰਡ ਸੀਗੇ ਪ੍ਰਧਾਨਗੀ ਮੰਡਲ 'ਚ ਬੈਠੇ ਸਾਰੇ ਉਹ ਜਿਨ੍ਹਾਂ ਨੇ ਕਿ ਆਪਣੇ ਆਪਣੇ ਖੇਤਰ 'ਚ ਵਿਲੱਖਣ ਪੈੜਾਂ ਪਾਈਆਂ ਹੋਈਆਂ ਨੇ, ਬੜੀਆਂ ਮਹਾਨ ਸ਼ਖਸੀਅਤਾਂ। ਜਿਹੜੇ ਸਾਹਮਣੇ ਗੈਦਰਿੰਗ ਸੀਗੀ ਉਹ ਵੀ ਬਹੁਤ ਵਕਾਰੀ ਮਤਲਬ ਕੁਆਲਿਟੀ ਸੀ ਉਹਦੇ 'ਚ। ਤੋ ਕੱਲ੍ਹ ਦੇ ਅਵਾਰਡ ਦੇ ਵਿੱਚ ਮੈਂ ਬਹੁਤ ਖੁਸ਼ ਹਾਂ। ਮੈਨੂੰ ਇੰਝ ਲੱਗਿਆ ਕਿ ਜਿਵੇਂ ਮੈਨੂੰ ਆਪਣਾ ਸਿੱਖਿਆ ਦੇ ਖੇਤਰ ਵਿੱਚ ਸਰਵੋਤਮ ਅਧਿਆਪਕਾ ਵਜੋਂ ਨੈਸ਼ਨਲ ਅਵਾਰਡ ਮਿਲਿਆ, ਇਸੇ ਤਰ੍ਹਾਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜਿਹੜਾ ਕੇਵਲ ਵਿਗ ਅਵਾਰਡ ਮਿਲਣਾ ਸਰਵੋਤਮ ਸ਼ਾਇਰਾ ਵਜੋਂ, ਉਹ ਵੀ ਮੈਨੂੰ ਕੱਲ੍ਹ ਬਹੁਤ ਵੱਡੀ ਪ੍ਰਾਪਤੀ ਲੱਗੀ ਹੈ। ਇਹ ਸਨ ਡਾਕਟਰ ਗੁਰਚਰਨ ਕੌਰ ਜੀ ਕੋਚਰ, ਜਿਨ੍ਹਾਂ ਨਾਲ ਤੁਹਾਡੀ ਅੱਜ ਮੈਂ ਮੁਲਾਕਾਤ ਕਰਵਾਈ ਹੈ, ਜਿਹੜੇ ਕਿ ਸਟੇਟ ਅਵਾਰਡ ਵੀ ਹਨ, ਜਿਹੜੇ ਕਿ ਨੈਸ਼ਨਲ ਅਵਾਰਡ ਵੀ ਹਨ, ਹੋਰ ਅਣਗਿਣਤ ਅਵਾਰਡ ਜਿਨ੍ਹਾਂ ਨੇ ਮਾਣ ਪ੍ਰਾਪਤ ਕੀਤਾ ਹੈ ਅਤੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਸਿਰ ਉੱਚਾ ਕੀਤਾ ਹੈ। ਸੋ ਇਹਨਾਂ ਦਾ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਕਿ ਮੈਂ ਸ਼ਾਇਦ ਐਸੇ ਜਿਹੜੇ ਕਿ ਇਨਸਾਨ ਨੂੰ ਸ਼ਾਇਦ ਨਹੀਂ ਮੇਰੀ ਕੋਈ ਹੋਰ ਇੰਟਰਵਿਊ ਹੋਊਗੀ ਕਿ ਜਿੰਨਾ ਇਹਨਾਂ ਦੇ ਗੁਣ ਨੇ। ਇਹ ਇੱਕ ਅੱਛੀ ਬੇਟੀ, ਇੱਕ ਅੱਛੇ ਪਤਨੀ, ਪਤਨੀ ਤੋਂ ਬਾਅਦ ਇੱਕ ਅੱਛੀ ਸੱਸ ਅਤੇ ਦਾਦੀ, ਦਾਦੀ ਤੋਂ ਬਾਅਦ ਇੱਕ ਅੱਛੇ ਟੀਚਰ, ਟੀਚਰਾਂ ਦੇ ਨਾਲ ਇੱਕ ਅੱਛੇ ਸਾਹਿਤਕਾਰ ਅਤੇ ਨਾਮਵਰ ਸਾਹਿਤਕਾਰ ਅਬਦੁਲ ਕਲਾਮ ਜੀ, ਉਹਨਾਂ ਦੇ ਨਾਲ ਜਿਹੜੇ ਖਾਣਾ ਖਾ ਚੁੱਕੇ ਨੇ ਜਾਂ ਉਹਨਾਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰੇ ਕੀਤੇ ਹਨ। ਸੋ ਇਸ ਕਰਕੇ ਇਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬੀ ਸਾਂਝ TV ਚੈਨਲ ਨੂੰ। ਇਹਨਾਂ ਨੇ ਅੱਜ ਜੋ ਸਮਾਂ ਦਿੱਤਾ, ਆਪਣਾ ਸਮਾਂ ਕੱਢਿਆ, ਕਿਉਂਕਿ ਜਿਹੜਾ ਸਮਾਂ ਹੁੰਦਾ ਹੈ ਇਹਨਾਂ ਦਾ ਬੜਾ ਸ਼ਡਿਊਲ ਬਣਾਉਣਾ ਪੈਂਦਾ ਹੈ। ਸੋ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਪੰਜਾਬੀ ਸਾਂਝ ਚੈਨਲ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪ ਸਭ ਦੇ ਰੂਬਰੂ ਹੋਈ। ਔਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਬਹੁਤ ਵਧੀਆ ਸਵਾਲ ਪੁੱਛੇ। ਔਰ ਬੇਟੀ ਵਿਸ਼ਵ ਜੋਤ ਕੌਰ ਸੱਗੂ ਜੀ ਦਾ ਵੀ ਧੰਨਵਾਦ ਕਿ ਜਿਹੜੀ ਬੇਟੀ ਇੱਥੇ ਤੁਹਾਡੇ ਨਾਲ ਆਈ। ਸੋ ਮੈਂ ਵੀ ਇਹ ਪਲ ਨਹੀਂ ਭੁੱਲ ਸਕਦੀ। ਔਰ ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਬਹੁਤ ਜਿਹੜਾ ਮਾਣ ਦਿੱਤਾ ਹੈ। ਬਹੁਤ ਬਹੁਤ ਧੰਨਵਾਦ ਜੀ।